ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਹਾਂਜੀ ਲੇਟ ਹੋ ਗਏ ਹੁਣ ਨਾ ਫਤਿਹ ਬੁਲਾਇਓ ਸਾਧ ਸੰਗਤ ਜੀ। ਹਾਂਜੀ ਕੰਟੀਨਿਊ ਕਰੋ ਪਲੀਜ਼। 83 ਅੰਗ ਤੋਂ ਜਿਹੜੀ ਆਪਾਂ ਸ੍ਰੀ ਰਾਗਾਂ ਦਾ ਸ੍ਰੀ ਹੈਗਾ ਜਿਹੜਾ, ਉਸ ਰਾਗ ਦੇ ਵਿੱਚ ਜਿਹੜੀ ਵਾਰ ਚੌਥੀ ਪਾਤਸ਼ਾਹੀ ਦੀ ਵਾਰ ਜਿਹੜੀ ਹੈਗੀ, ਉਹਦੀ ਜਿਹੜੀ ਵਾਰ ਦੀ ਦੂਸਰੀ ਪੌੜੀ ਜਿਹੜੀ ਹੈਗੀ ਆਪਾਂ ਲੈਣ ਲੱਗੇ ਹਾਂ। ਉਹ ਪਹਿਲੀ ਪੌੜੀ 'ਚ ਦੱਸਿਆ ਸੀਗਾ ਬਈ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਹਰ ਇੱਕੋ ਕਰਤਾ, ਇੱਕੋ ਦੀਵਾਨ ਹਰ, ਉਹਦਾ ਦੀਵਾਨ ਵੀ ਇੱਕੋ ਹੀ ਹੈ, ਉਹਦਾ ਹੀ ਦੀਵਾਨ ਚੱਲਦਾ ਹੈ, ਉਹੀ ਸ੍ਰਿਸ਼ਟੀ ਦਾ ਪੈਦਾ ਕਰਨ ਵਾਲਾ ਆ, ਉਸੇ ਦਾ ਹੁਕਮ ਚੱਲਦਾ ਹੈ, ਇੱਕਸੇ ਦਾ ਹੈ ਅਮਰ, ਇੱਕੋ ਹਰ ਚਿੱਤ ਧਰ, ਉਸੇ ਦੀ ਭਗਤੀ, ਉਸੇ ਨੂੰ ਚਿੱਤ 'ਚ ਵਸਾਉਣਾ ਤੇਰਾ ਬਣਦਾ ਹੈ ਭਾਈ। ਇਸ ਕਰਕੇ ਹਰ ਤਿਸ ਬਿਨ ਕੋਈ ਨਾ ਹੈ, ਭਰਮ ਪਉ ਦੂਰ ਕਰ, ਉਸ ਤੋਂ ਬਗੈਰ ਕੋਈ ਨਹੀਂ ਹੈਗਾ। ਆਪਣਾ ਭਰਮ ਭਟਕਣਾ ਜਿਹੜਾ ਹੈਗਾ, ਡਰ ਸਾਰਾ ਦੂਰ ਕਰ ਲਾ, ਉਸ ਮਾਲਕ ਦੀ ਸ਼ਰਨ 'ਚ ਚਲੇ ਜਾ। ਹਰ ਕਿਸੇ ਨੂੰ ਸਲਾਹ ਜੇ ਤੁਧ ਰੱਖੇ ਬਾਹਰ ਕਰ, ਉਸੇ ਦੀ ਸਲਾਹ ਕਰ, ਉਸੇ ਦੀ ਸਿਫਤ ਸਲਾਹ, ਉਸੇ ਦੀ ਉਸਤਤ, ਉਸੇ ਦੀ ਭਗਤੀ ਕਰ। ਜਿਹੜਾ ਤੈਨੂੰ ਜਿਹੜਾ ਹੈਗਾ ਇਹ ਹਰ ਜਗ੍ਹਾ 'ਤੇ ਤੈਨੂੰ ਘਰ ਬਾਹਰ ਹਰ ਪਾਸੇ ਹਰੇਕ ਜਗ੍ਹਾ 'ਤੇ ਹਮੇਸ਼ਾ ਮਾਲਕ ਆਤਮਾ ਨਾਲ ਆ। ਆਤਮਾ ਦੇ ਤੌਰ 'ਤੇ ਜੀ, ਮਾਇਆ ਦੇ ਤੌਰ 'ਤੇ ਜਿਹੜਾ, ਝੂਠ ਦੇ ਤੌਰ 'ਤੇ ਨਾ ਜੀ, ਸੱਚ ਦੇ ਤੌਰ 'ਤੇ ਜੀ। ਹਰ ਜਿਸਨੂੰ ਹੋਏ ਦਿਆਲ, ਸੋ ਹਰ ਜਪੇ ਭਉ ਬਿਖਮ ਤਰ। ਜਿਸ ਦੇ ਉੱਤੇ ਇਸ ਤਰ੍ਹਾਂ ਮਾਲਕ ਦਿਆਲ ਹੋ ਜਾਂਦਾ ਹੈ, ਕਹਿੰਦੇ ਜਿਹੜਾ ਜਿਹੜਾ ਹੈਗਾ ਆ ਨੁਕਤਾ ਸਮਝ ਲੈਂਦਾ ਹੈ, ਉਸ 'ਤੇ ਦਿਆਲ ਆ ਮਾਲਕ ਪਰਮਾਤਮਾ। ਮਾਲਕ ਤਾਂ ਦਇਆ ਦਾ ਘਰ ਆ, ਉਹ ਤਾਂ ਹੈ ਹੀ ਦਿਆਲੂ, ਪਰ ਦਇਆ ਲੈਣੀ ਆਪਾਂ ਨੇ ਹੈਗੀ ਆ, ਆਪਾਂ ਉਹਦੇ ਪਾਤਰ ਹੋਣਾ ਹੈ। ਆਪਣਾ ਭਾਂਡਾ ਹੀ ਖਾਲੀ ਨਹੀਂ ਹੈ, ਆਪਾਂ ਨੇ ਅੱਗੇ ਭਾਂਡਾ ਮੰਗਿਆ ਹੀ ਨਹੀਂ ਹੈ ਦਾਤ ਪਾਉਣ ਵਾਸਤੇ, ਤੇ ਦਾਤ ਕਿੱਥੇ ਪੈਣੀ ਹੈ ਭਾਈ? ਉਹ ਦਾਤ ਤਾਂ ਦਿੰਦਾ ਹੈ ਪਰਮਾਤਮਾ, ਪਰ ਜਿਹੜਾ ਹੈਗਾ ਖਿਸਰ ਗਿਓ ਭੂਮ ਪਰ ਡਾਰਿਓ। ਬਾਣੀ ਤਾਂ ਕਹਿੰਦੀ ਹੈ ਸੋਏ ਰਹੀ ਪ੍ਰਭ ਖਬਰ ਨਾ ਜਾਣੀ, ਭੋਰ ਪਿਓ ਪਾਛੇ ਪਛਤਾਣੀ, ਕਰਮੇ ਅੰਮ੍ਰਿਤ ਆਣ ਨਿਸਾਰਿਓ, ਖਿਸਰ ਗਿਓ ਭੂਮ ਪਰ ਡਾਰਿਓ। ਕਹਿੰਦੇ ਅੰਮ੍ਰਿਤ ਤਾਂ ਉਹ ਜਿਹੜੀਆਂ ਬੁੱਕੀ ਨਹੀਂ ਹੈਗੀ, ਅੰਮ੍ਰਿਤ ਨਿਕਲ ਕੇ ਥੱਲੇ ਡਿੱਗ ਪਿਆ। ਆਪਣੇ ਅੰਮ੍ਰਿਤ ਤਾਂ ਇਹੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹੀ ਪੀ ਜਾਂਦੇ, ਇਹ ਤਾਂ ਜਾਣ ਹੀ ਨਹੀਂ ਦਿੰਦੇ ਆਪਾਂ ਉੱਥੇ ਤੱਕ। ਇਸ ਕਰਕੇ ਭਾਈ ਉਸ ਮਾਲਕ ਪਰਮਾਤਮਾ ਦੀ ਭਗਤੀ ਆਪਾਂ ਕਰਾਂਗੇ ਤਾਂ ਗੱਲ ਬਣਨੀ ਹੈ। ਔਰ ਜਿਵੇਂ ਜਿਹੜਾ ਹੈਗਾ ਬ੍ਰਹਮ ਗਿਆਨ ਜਿਵੇਂ ਦੱਸਦਾ ਆ, ਜਿਵੇਂ ਆ ਗੁਰੂ ਮਹਾਰਾਜ ਦੀ ਬਾਣੀ ਜਿਹੜੀ ਹੈਗੀ ਗੁਰਮਤ ਦੱਸਦੀ ਆ, ਕਿਉਂਕਿ ਇਹ ਜਿਹੜੇ ਹੈਗੇ ਇਹਨਾਂ ਨੇ ਅੰਮ੍ਰਿਤ ਪੀ ਲਿਆ, ਅਮਰ ਹੋ ਗਏ, ਯਾਤਰਾ ਕਰ ਲਈ। ਇਹਨਾਂ ਦੇ ਅਨੁਸਾਰ ਆਪਾਂ ਨੂੰ ਜੀਵਨ ਜਿਹੜਾ ਹੈਗਾ ਆਪਾਂ ਨੂੰ ਚਲਾਉਣਾ ਪੈਣਾ ਆ। ਜੇ ਮਨ ਦੇ ਕੋਲ ਹੀ ਚਾਰਜ ਰਿਹਾ ਤੇ ਭਾਈ ਤਾਂ ਗੇਮ ਹਾਰੀ ਲਈਏ। ਅਤੇ ਇਹਦੇ ਕੋਲੋਂ ਜਿਹੜਾ ਹੈਗਾ ਇਹ ਟ੍ਰੇਨਿੰਗ ਇਹਨੂੰ ਦਵਾਉਣੀ ਪੈਣੀ ਆ ਭਾਈ, ਇਹ ਗੁਰੂ ਦੀ ਮੱਤ ਬ੍ਰਹਮ ਗਿਆਨ ਦੇ ਦੁਆਰਾ, ਅਤੇ ਤਾਂ ਜਿਹੜਾ ਹੈਗਾ ਇਹਨੂੰ ਗੱਡੀ 'ਤੇ ਸਟੀਅਰਿੰਗ 'ਤੇ ਬਿਠਾਉਣ ਦਿਓ। ਸ਼ਲੋਕ ਮਹੱਲਾ ਪਹਿਲਾ। ਦਾਤੀ ਸਾਹਿਬ ਸੰਦੀਆਂ ਕਿਆ ਚੱਲ ਲੈ ਤਿਸ ਨਾਲ। ਕਹਿੰਦੇ ਇੱਕ ਚੀਜ਼ ਯਾਦ ਰੱਖ ਲਾ ਪਿਆਰਿਆ, ਦਾਤਾ ਇੱਕੋ ਹੀ ਹੈਗਾ, ਔਰ ਸਾਰੀਆਂ ਦਾਤਾਂ ਜਿਹੜੀਆਂ ਹੈਗੀਆਂ ਉਸ ਮਾਲਕ ਦੀਆਂ ਹੈਗੀਆਂ। ਮਾਲਕ ਦੇ ਰਿਹਾ ਹੈ ਦਾਤਾਂ, ਮਾਲਕ ਦੇ ਰਿਹਾ, ਤੇਰਾ ਕੁਛ ਲੈ ਨਹੀਂ ਰਿਹਾ ਉਹਦੇ ਐਵਜ਼ ਦੇ ਵਿੱਚ। ਦਾਤੀ ਸਾਹਿਬ ਸੰਦੀਆਂ, ਸਾਹਿਬ ਦੀਆਂ ਆ, ਮਾਲਕ ਪਰਮਾਤਮਾ ਦੀਆਂ ਆ ਦਾਤਾਂ। ਉਹਦੇ ਉੱਤੇ ਤੇਰਾ ਜਿਹੜਾ ਹੈਗਾ ਕਿਸੇ ਦਾ ਜ਼ੋਰ ਨਹੀਂ ਚੱਲਦਾ ਉਹਦੇ ਉੱਤੇ। ਇੱਕ ਜਗਨ ਦੇ ਨਾਲ ਹਨ, ਇੱਕ ਨਾ ਸੁੱਤਿਆਂ ਦੇ ਉਠਾਲ। ਇੱਕ ਦੇਖ ਲਓ ਭਾਈ, ਦੁਨੀਆ ਦੇ ਵਿੱਚ ਜਿਹੜੇ ਹੈਗੇ ਆ ਜਾਗਦੇ ਹੋਏ ਵੀ ਨਹੀਂ ਲੈਂਦੇ, ਤੇ ਇੱਕ ਸੁੱਤਿਆਂ ਨੂੰ ਉਠਾਲ ਕੇ ਦੇ ਦਿੰਦਾ ਹੈ। ਇਹਦਾ ਮਤਲਬ ਆਪਾਂ ਨੂੰ ਭਗਤੀ ਦੀ ਲੋੜ ਨਹੀਂ ਹੈ ਫਿਰ? ਨਹੀਂ ਭਾਈ, ਇਹੀ ਮਹਾਰਾਜ ਕਹਿੰਦੇ ਆ ਭਾਈ, ਜਾਗਦੇ ਦਾ ਮਤਲਬ ਆ ਜਿਹੜੇ ਆਪਣੇ ਆਪ ਨੂੰ ਕਹਿੰਦੇ ਆ ਅਸੀਂ ਗਿਆਨੀ ਹੈਗੇ ਆ, ਅਸੀਂ ਜਾਗਦੇ ਹੈਗੇ ਆ, ਅਸੀਂ ਜਿਹੜੇ ਹੈਗੇ ਆ ਪਰਮਾਤਮਾ ਦੇ ਜਿਹੜੇ ਹੈਗੇ ਆ, ਪਰਮਾਤਮਾ ਨੂੰ ਅਸੀਂ ਜਿਹੜਾ ਹੈਗਾ ਰੱਬ ਵਾਲੇ ਪਾਸੇ, ਰੱਬ ਦੀ ਜਾਣਕਾਰੀ ਅਸੀਂ ਦੇ ਸਕਦੇ ਹਾਂ। ਉਹ ਆਪ ਤਾਂ ਜਾਣਕਾਰੀ ਲੈਂਦੇ ਹੀ ਨਹੀਂ ਭਾਈ। ਜਾਗਦੇ ਹੋਏ ਵੀ ਦੂਜਿਆਂ ਨੂੰ ਜਿਹੜਾ ਹੈਗਾ ਜਾਣਕਾਰੀ ਦਿੰਦੇ, ਆਪ ਲੈਂਦੇ ਹੀ ਨਹੀਂ ਆ ਭਾਈ। ਇੱਕ ਜਾਗਣ ਦੇ ਨਾ ਲੈਣ, ਜਾਗਦੇ ਹੋਏ ਵੀ ਨਹੀਂ ਲੈਂਦੇ, ਇੱਕ ਨਾ ਸੁੱਤਿਆਂ ਦੇ ਉਠਾਲ, ਇੱਕ ਵਿਚਾਰੇ ਜਿਹੜੇ ਹੈਗੇ
ਜਿਨ੍ਹਾਂ ਨੂੰ ਪਤਾ ਨਹੀਂ ਹੈ, ਮਾੜਾ ਜਿਹਾ ਉਹਨਾਂ ਨੂੰ ਹਿੰਟ ਮਿਲ ਗਈ, ਨੁਕਤਾ ਮਿਲ ਗਿਆ, ਉਹਨਾਂ ਨੇ ਉਸੇ ਵੇਲੇ ਤੁਰ ਪੈਣਾ ਪਾਏ ਔਰ ਉਹ ਜਿਹੜਾ ਉਹਨਾਂ ਨੇ ਦਾਤ ਲੈ ਲੈਣੀ ਹੈ ਮਾਲਕ ਪਰਮਾਤਮਾ ਤੋਂ, ਜਿਵੇਂ ਬ੍ਰਹਮ ਗਿਆਨ ਕਹਿ ਰਿਹਾ। ਇੱਕ ਜਿਹੜੇ ਹੈਗੇ ਉਹਨਾਂ ਨੇ ਗਿਆਨ ਹੁੰਦੇ ਹੋਏ ਵੀ ਜਿਹੜਾ ਹੈਗਾ ਗਿਆਨੀ ਬਣ ਕੇ ਜਿਹੜਾ ਉਸ ਤੋਂ ਲਾਭ ਨਹੀਂ ਲੈ ਸਕਣਾ। ਹਾਂਜੀ ਗੋਰਖੀ ਸਾਹਿਬ। ਹਾਂਜੀ ਠੀਕ ਹੈ ਜੀ ਸਾਧ ਸੰਗਤ ਜੀ। ਦੇਖੋ ਬਾਣੀ 'ਚ ਆਪਾਂ ਨੂੰ ਇਹ ਸਮਝਾਇਆ ਗਿਆ ਕਿ ਦਾਤੇ ਸਾਹਿਬ ਸੰਧਿਆ ਕਿਆ ਚੱਲੇ ਤਿਸ ਨਾਲ। ਵੈਸੇ ਤੇ ਵਡਿਆਈ ਉਹਦੀਆਂ ਹੀ ਆ, ਉਹ ਦੇ ਸਕਦਾ ਹੈ ਤੇ ਉੱਥੇ ਕੋਈ ਜ਼ੋਰ ਜ਼ਬਰਦਸਤੀ ਨਹੀਂ ਹੈ। ਵੈਸੇ ਵੀ ਇਨਸਾਨ ਨੂੰ ਨਿਜਰ ਸਾਹਿਬ ਉਹਦਾ ਜਿਹੜਾ ਕਰਮ ਹੈ ਨਾ, ਉਹ ਭਾਗ ਅਨੁਸਾਰ ਹੀ ਮਿਲਦਾ ਉਹਦਾ। ਬਿਲਕੁਲ ਭਾਗ ਅਨੁਸਾਰ ਜੋ ਉਹਦੀ ਜੋ ਵੀ ਵੇਖੋ ਤੁਹਾਡੇ ਜੀਵਨ 'ਚ ਬਹੁਤ ਹੱਦ ਤੱਕ ਜਿਹੜਾ ਤੁਹਾਡਾ ਨਾ ਉਹ ਹੈ ਵਾ, ਉਹ ਤੁਹਾਡੇ ਪ੍ਰਾਤਨੀ ਕਰਮ ਦੇ ਉੱਤੇ ਡਿਪੈਂਡ ਕਰਦਾ। ਔਰ ਆਪਾਂ ਗੁਰਖੀ ਸਾਹਿਬ ਇੱਥੇ ਦੁਨੀਆ ਦੇ ਵਿੱਚ ਆਏ ਆ ਤੇ ਆਪਾਂ ਭਾਗ ਬਣਾਉਣ ਵਾਸਤੇ ਹੀ ਆਏ ਆ। ਕਲਮ ਆਪਣੇ ਹੀ ਹੱਥ ਦੇ ਵਿੱਚ ਹੈਗੀ ਆ, ਆਪਾਂ ਹੀ ਭਾਗ ਬਣਦੇ ਆ ਆਪਣੇ ਕਰਮਾਂ ਦੇ ਅਨੁਸਾਰ। ਖੇਤ ਸਰੀਰ ਜੋ ਬੀਜੀਏ ਸੋ ਅੰਤ ਖਲੋਇਆ ਹੈ। ਹਾਂਜੀ ਗੁਰਖੀ ਸਾਹਿਬ। ਨਿਜਰ ਸਾਹਿਬ ਪਤਾ ਦੇਖੋ ਇੱਕ ਚੀਜ਼ ਨੂੰ ਆਪ ਸਮਝੋ, ਜੋ ਵੀ ਸਾਡੇ ਜੀਵਨ 'ਚ ਹੈਗਾ ਹੈ ਇਹਦੇ ਮਗਰ ਆਪਾਂ ਮਿਹਨਤ ਕੀਤੀ ਹੈ ਤੇ ਤਾਂ ਹੀ ਸਾਨੂੰ ਪ੍ਰਾਪਤ ਹੋਇਆ ਵਾ। ਬਿਲਕੁਲ ਬਿਲਕੁਲ, ਬਹੁਤ ਵਧੀਆ ਗੱਲ। ਹਾਂ ਇਹ ਚੀਜ਼ ਨੂੰ ਤੇ ਅੱਗੇ ਵੀ ਜੋ ਤੁਹਾਨੂੰ ਪ੍ਰਾਪਤ ਹੋਣਾ ਹੈ ਉਹ ਜੋ ਤੁਸੀਂ ਹੁਣ ਕਰੋਗੇ ਉਹਦੇ ਤੇ ਡਿਪੈਂਡ ਕਰਦਾ ਹੈ। ਤੁਸੀਂ ਇਹ ਕੰਮ ਕਰਨਾ ਬੰਦ ਕਰ ਦੋ ਤੇ ਇਹ ਜੋ ਚੀਜ਼ ਹੈਗੀ ਤੁਹਾਡੀ ਹੌਲੀ ਹੌਲੀ ਕਰਕੇ ਖੁਰ ਜੇਗੀ। ਸਹੀ ਹੈ ਨਿਜਰ ਸਾਹਿਬ? ਬਿਲਕੁਲ 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 ਸਹੀ ਗੱਲ ਹੈ। ਹਾਂ ਦੇਖੋ ਉਹ ਕਹਿੰਦੇ 3 ਕਾਲ 'ਚ ਸੰਸਾਰ ਚੱਲਦਾ ਹੈ, ਇੱਕ ਭੂਤ ਕਾਲ, ਵਰਤਮਾਨ ਕਾਲ ਤੇ ਭਵਿੱਖ ਕਾਲ। ਕਈ ਲੋਕ ਐਵੇਂ ਫਾਲਤੂ ਦੇ ਭਵਿੱਖ ਕਾਲ ਦੀਆਂ ਚਿੰਤਾ ਕਰਦੇ ਰਹਿੰਦੇ ਨੇ ਤੇ ਕਈ ਵਿਚਾਰੇ ਪਿੱਛੇ ਤੁਰੇ ਫਿਰਦੇ ਆ। ਤੁਹਾਡੇ ਕੋਲ ਕੰਮ ਕਰਨ ਲਈ ਕੇਵਲ ਵਰਤਮਾਨ ਕਾਲ ਆ, ਨਾ ਅਗਲਾ ਤੇ ਨਾ ਪਿਛਲਾ। ਬਿਲਕੁਲ, ਪਿਛਲੇ ਨੂੰ ਤਾਂ ਆਪਾਂ ਕੁਝ ਵੀ ਨਹੀਂ ਕਰ ਸਕਦੇ, ਉਹਦੇ 'ਚ ਤਾਂ ਮਾੜਾ ਜਿਹਾ ਵੀ ਮਾਡੀਫਿਕੇਸ਼ਨ ਨਹੀਂ ਕਰ ਸਕਦੇ। ਉਹ ਤਾਂ ਗਿਆ, ਉਹ ਤਾਂ ਭੂਤ ਹੋ ਗਿਆ, ਉਹਨੂੰ ਕਿਵੇਂ ਫੜ ਲਵਾਂਗੇ? ਹਾਂ ਤੇ ਜਿਹੜੇ ਉਹ ਗਿਆ ਉਹ ਭੂਤ ਹੋ ਗਿਆ। ਔਰ ਜਿਹੜਾ ਬੰਦਾ ਭੂਤ 'ਚ ਚੱਲ ਜਾਂਦਾ ਉਹਨੂੰ ਡਿਪਰੈਸ਼ਨ ਦੀ ਬਿਮਾਰੀ ਹੋ ਜਾਂਦੀ ਹੈ। ਭੂਤ ਹੀ ਬਣ ਜਾਂਦਾ, ਉਹ ਆਪ ਹੀ ਭੂਤ ਬਣ ਜਾਂਦਾ। ਉਹ ਵੀ ਚੱਲਦਾ ਫਿਰਦਾ ਭੂਤ ਹੀ ਹੁੰਦਾ ਵਾ। ਉਹ ਡਾਕਟਰ ਕੋਲ ਜਾਂਦਾ ਹੈ ਤੇ ਡਾਕਟਰ ਨੂੰ ਕਹਿੰਦਾ ਮੇਰਾ ਇਲਾਜ ਕਰੋ। ਹੁਣ ਮਸ਼ੀਨਾਂ 'ਚ ਉਹਦੀ ਬਿਮਾਰੀ ਦਾ ਕੁਝ ਪਤਾ ਨਹੀਂ ਲੱਗੇਗਾ, ਕਿਉਂਕਿ ਉਹਦੀ ਜਿਹੜੀ ਬਿਮਾਰੀ ਹੈ ਨਾ, ਉਹਦੀ ਬਿਮਾਰੀ ਇਹ ਆ ਕਿ ਉਹ ਇੱਕ ਕੈਸਟ ਹੈਗੀ ਬਹੁਤ ਪੁਰਾਣੀ, ਬਾਰ-ਬਾਰ ਉਸੇ ਕੈਸਟ ਨੂੰ ਉਹ ਚਲਾਈ ਜਾ ਰਿਹਾ। ਉਹਨੇ ਕੀ ਕੀਤਾ, ਆਪਣਾ ਹੈਡ ਹੀ ਖਰਾਬ ਕਰ ਲਿਆ। ਔਰ ਮਨਾ ਕਰੋ ਤੇ ਗੋਰਖੀ ਸਾਹਿਬ ਮੰਨਦੇ ਨਹੀਂ ਹੈਗੇ। ਉਹ ਕਹਿੰਦੇ ਨਹੀਂ, ਪਾਸੇ ਹੋ ਜਾਓ, ਤੁਸੀਂ ਪਾਸੇ ਹੋ ਜਾਓ, ਸਾਨੂੰ ਤੁਸੀਂ ਆਪਣਾ ਜਿਹੜਾ ਲੈ ਕੇ ਗਿਆਨ ਪਰੇ ਹੋ ਜਾਓ, ਸਾਨੂੰ ਕਰਨ ਦੇ ਜੋ ਕਰਨਾ। ਹੁਣ ਇੱਕ ਦਿਨ ਮੈਨੂੰ ਮਿਲਿਆ ਤੇ ਮੈਂ ਉੱਤੇ ਵੈਸੇ ਕਮੈਂਟ ਕੀਤਾ, ਪੁਰਾਣੀ ਗੱਲ, ਬਹੁਤ ਪੁਰਾਣੀ ਗੱਲ। ਮੈਂ ਕਿਹਾ ਭਾਜੀ ਇਹ ਗੱਲ ਨੂੰ ਛੱਡੋ ਖੜਾ। ਕਹਿੰਦਾ ਭਾਜੀ ਯਾਦਾਂ ਹੀ ਤੇ ਸਾਡੇ ਕੋਲ ਹੈਗੀਆਂ ਆਪਣੀਆਂ। ਮੈਂ ਮਾਂ ਦਾ ਸਿਰ ਉੱਤੇ ਕੁਛ ਨਹੀਂ ਹੈਗਾ ਸਵਾਹ ਹੀ। ਮੈਂ ਕਿਹੜੀਆਂ ਯਾਦਾਂ? ਕਹਿੰਦਾ ਜੀਵਨ ਦੀਆਂ ਚੰਗੀਆਂ ਯਾਦਾਂ। ਤੇ ਮੈਂ ਹੁਣ ਕੀ ਹੋ ਗਿਆ? ਹੁਣ ਤੇਰਾ ਕੀ ਨੁਕਸਾਨ ਹੋ ਗਿਆ ਭਾਈ? ਪਿੱਛੇ ਤੁਰਿਆ ਫਿਰਦਾ ਵਾਂ। ਮੈਂ ਜੋ ਤੁਹਾਡੀ ਜ਼ਿੰਦਗੀ 'ਚ ਹੁਣ ਮੂਵਮੈਂਟ ਹੈ ਨਾ, ਇਹਦੇ ਨਾਲ ਦੀ ਮੂਵਮੈਂਟ ਤੁਹਾਡੀ ਜ਼ਿੰਦਗੀ 'ਚ ਕਦੇ ਆਈ ਨਹੀਂ ਸੀ। ਵਾਹ ਜੀ ਵਾਹ। ਉਹ ਵੱਖਰੀ ਗੱਲ ਕਹੀ ਜਾਵੇਂ ਤੇ ਉਹ ਤੇਰੀ ਮਨ ਦੀ ਸੋਚ ਹੈ, ਕਿਉਂਕਿ ਤੇਰਾ ਮਨ ਜਿਹੜਾ ਹੈ ਉਹ ਅਤੀਤ ਦੇ ਕਰਕੇ ਹੀ ਜਿੰਦਾ ਵਾ। ਦੇਖੋ ਨਿਜਰ ਸਾਹਿਬ, ਵਰਤਮਾਨ 'ਚ ਤਾਂ ਮਨ ਹੈ ਹੀ ਨਹੀਂ ਹੈ। ਬਿਲਕੁਲ, ਬਹੁਤ ਵਧੀਆ ਗੱਲ ਹੈ ਗੋਰਖੀ ਸਾਹਿਬ, ਬਹੁਤ ਵਧੀਆ, ਬਹੁਤ ਨੁਕਤੇ ਦੀ ਗੱਲ ਹੈਗੀ ਆ। ਬਿਲਕੁਲ ਅਨਮਨੀ ਅਵਸਥਾ, ਬਾਣੀ ਵੇਖੋ ਅਨਮਨੀ ਅਵਸਥਾ ਦੀ ਗੱਲ ਕਰਦੇ ਆ। ਕਹਿਣ ਤੋਂ ਭਾਵ ਕਿ ਵਰਤਮਾਨ ਕਾਲ 'ਚ ਮਨ ਰੂਪੀ ਕੋਈ ਚੀਜ਼ ਨਹੀਂ ਹੈਗੀ। ਬਿਲਕੁਲ, ਮਨ ਹੈਗਾ ਭੂਤ ਕਾਲ ਤੇ ਮਨ ਹੈਗਾ ਭਵਿੱਖ ਕਾਲ, ਜਿੱਥੇ ਕੁਛ ਵੀ ਨਹੀਂ ਹੈਗਾ। ਬਿਲਕੁਲ, ਉਹ ਆਪਣੇ ਵਾਸਤੇ ਹੱਥ 'ਚ ਹੀ ਹੈ ਨਹੀਂਗਾ। ਆਪਾਂ ਉਹਨੂੰ ਕੁਛ ਮੋਡੀਫਿਕੇਸ਼ਨ ਕਰ ਹੀ ਨਹੀਂ ਸਕਦੇ। ਹਾਂ ਇਹ ਗੱਲ ਜ਼ਰੂਰੀ ਹੈ। ਹੁਣ ਸਵੇਰੇ ਉੱਠੋ, ਤੁਸੀਂ ਪਲਾਨ ਬਣਾਓ ਕਿ ਵੀ ਸ਼ਾਮ ਤੱਕ ਕਰਨਾ ਕੀ, ਮੁੜ ਕੇ ਲਿਸਟ ਤੇ ਲਿਖ ਲਓ। ਪਰ ਸਾਰਾ ਦਿਨ ਹੀ ਉੱਥੇ ਤੁਰੇ ਫਿਰੋ, ਅੱਗੇ ਤੇ ਫਿਰ ਕੀ ਲੱਭਣਾ ਤੁਹਾਨੂੰ? ਕੁਛ ਵੀ ਨਹੀਂ ਲੱਭਣਾ। ਇੱਕ ਹੋਰ ਗੱਲ ਆ ਗੋਰਖੀ ਸਾਹਿਬ, ਕਿ ਜੇ ਆਪਾਂ ਵਰਤਮਾਨ ਨੂੰ ਸਹੀ ਕਰ ਲਈਏ ਤੇ ਉਹੀ ਪਾਸਟ ਬਣ ਜਾਣਾ ਤੇ ਭਵਿੱਖ ਵੀ ਉਹਦੇ ਨਾਲ ਚੇਂਜ ਹੋ ਜਾਣਾ। ਹਾਂ ਬਿਲਕੁਲ ਸਹੀ। ਇਹੋ ਹੀ ਜਿਹੜਾ ਵਰਤਮਾਨ ਕਾਲ ਆ, ਉਹ ਹੈ ਵਰਤਮਾਨ ਵਿੱਚ ਵਰਤਦਾ ਹੋਵਨਹਾਰ ਸੋਈ ਪਰਵਾਨਾ। ਹਾਂ ਬਿਲਕੁਲ ਠੀਕ ਹੈ। ਹੁਣ ਵੇਖੋ ਗੁਰੂ ਨਾਨਕ ਪਾਤਸ਼ਾਹ ਨੇ ਇਹ ਗੱਲ ਕਹੀ ਆ, ਹਮ ਆਦਮੀ ਹਾਂ ਇੱਕ ਦਮੇ। ਦਮ ਦੀ ਗੱਲ ਕਰਦੇ ਨੇ, ਉਹਨਾਂ ਘੰਟੇ ਜਾਂ 20 ਮਿੰਟਾਂ ਦੀ ਗੱਲ ਨਹੀਂ ਕੀਤੀ। ਉਹ ਕਹਿੰਦੇ ਇੱਕ ਦਮ ਦੇ ਵਿੱਚ ਜੋ ਮੇਰੇ ਕੋਲ ਹੈਗਾ ਮੈਂ ਉਹਦਾ ਪੂਰਾ ਲਾਭ ਪ੍ਰਾਪਤ ਕਰੂੰਗਾ। ਹੁਣ ਮੇਰੇ ਜਿਹੜਾ ਜੀਵਨ ਹੈ, ਮੈਂ ਉੱਠਦਾ ਸਵੇਰੇ,
ਦੇਖੋ ਇੱਕ ਚੀਜ਼ ਨੂੰ ਸਮਝੋ, ਮੈਂ ਸਵੇਰੇ ਉੱਠਦਾ ਔਰ ਸ਼ਾਮ ਤੱਕ ਆਪਣੇ ਦਿਨ ਦਾ ਮੈਂ ਪੂਰੇ ਦਾ ਪੂਰਾ ਲਾਹਾ ਉਠਾਉਣਾ ਹੈ। ਮੈਂ ਤੁਹਾਨੂੰ ਦੱਸਣਾ ਇਹ ਕੋਈ ਮੇਰੀ ਅੱਤ ਕਥਨੀ ਨਹੀਂ ਹੈ, ਮੂੰਹ ਚੋਂ ਮੈਂ ਜ਼ਿਆਦਾ ਨਹੀਂ ਬੋਲਦਾ, ਪਰ ਮੈਨੂੰ ਪਤਾ ਮੈਂ ਕੀ ਕਰਦਾ। ਸ਼ਾਮ ਤੱਕ ਮੇਰੇ ਕੋਲ ਟਾਈਮ ਹੁੰਦਾ, ਸੌਣ ਤੱਕ ਮੈਂ ਕੋਸ਼ਿਸ਼ ਕਰਦਾ ਹਾਂ ਕਿ ਮੈਂ ਖਜ਼ਾਨਾ ਇਕੱਠਾ ਕਰ ਲਾਂ। ਇਹੋ ਹੀ ਹੈ ਜੀਵਨ। ਤੇ ਜੇ ਤੁਸੀਂ ਨਹੀਂ ਇਕੱਠਾ ਕਰਨਾ ਫਿਰ ਤੁਸੀਂ ਰੋੜ ਦਿਓ, ਉਹ ਤੁਹਾਡੀ ਮਰਜ਼ੀ ਹੈ। ਪਲ ਜਿਹੜਾ ਸਾਡੇ ਕੋਲ ਇਹੋ ਹੈਗਾ ਵਾ, ਇਸ ਪਲ ਦੇ ਵਿੱਚ ਜਿਹੜਾ ਆਪਾਂ ਫੈਸਲਾ ਕਰਨਾ ਹੈ ਕੀ ਕੰਮ ਕਰਨਾ ਜਾਂ ਨਹੀਂ ਕਰਨਾ। ਜੇ ਕਰਨਾ ਤੇ ਇਹਦੇ ਪਿੱਛੇ ਫਾਇਦਾ ਕੀ ਹੈ, ਜੇ ਨਹੀਂ ਕਰਦੇ ਤੇ ਨੁਕਸਾਨ ਕੀ ਹੈ। ਇਹ ਦੋ ਗੱਲਾਂ ਨੂੰ ਰੱਖ ਕੇ ਆਪਾਂ ਜੀਵਨ ਚਲਾਉਂਦੇ। ਜਦੋਂ ਤੁਹਾਡੀ ਸੁਰਤੀ ਸੈਂਟਰਲਾਈਜ਼ ਹੋ ਗਈ ਨਾ ਤੇ ਆਟੋਮੈਟਿਕਲੀ ਬੁਰਾਈ ਤੁਹਾਡੇ ਤੋਂ ਦੂਰ ਹੋ ਜਾਣੀ ਹੈ। ਫਿਰ ਤੁਸੀਂ ਸਵੇਰ ਤੋਂ ਹੀ ਉੱਠ ਪੈਣਾ ਹੈ ਔਰ ਤੁਸੀਂ ਇੱਕ ਦੇਖੋ, ਇੱਕ ਪਲੀਜ਼ ਆਪ ਹੋਰ ਸੋਚੋ, ਤੁਹਾਨੂੰ ਕੁਝ ਕਰਨ ਦੀ ਲੋੜ ਨਹੀਂ ਪੈਣੀ, ਆਪਣੇ ਆਪ ਹੀ ਕੰਮ ਹੋਣੇ ਆ। ਨਿੱਜਰ ਸਾਹਿਬ ਇਹ ਵੀ ਜੇ ਇਸ ਤਰ੍ਹਾਂ ਹੀ ਹੋ ਰਿਹਾ, ਆਪਣੇ ਸਾਹਮਣੇ ਆਪਣੇ ਆਪ ਕੰਮ ਆ ਜਾਂਦੇ ਆ, ਸੋਚਣ ਦੀ ਲੋੜ ਨਹੀਂ ਪੈਂਦੀ। ਹਾਂ, ਇੱਕ ਤਾਂ ਹੁੰਦਾ ਨਾ ਕਿ ਸਪੈਸ਼ਲ ਮੇਰੇ ਵਰਗਾ ਘਰੋਂ ਤੁਰ ਪਿਆ ਜੀ, ਅੱਜ ਜੇ ਮੈਂ ਫਲਾਣਾ ਚੰਗਾ ਕੰਮ ਕਰਨਾ ਹੈ, ਇਹ ਨਹੀਂ ਜੋ ਗੱਲ ਹੈਗੀ, ਇਹ ਝੂਠ ਆ। ਫਿਰ ਇਹ ਹਜੇ ਵਰਤਮਾਨ ਚ ਨਹੀਂ ਬੰਦਾ ਆਇਆ। ਵਰਤਮਾਨ ਦਾ ਮਤਲਬ ਤੁਸੀਂ ਤੁਰ ਪਏ, ਬਸ ਉੱਠ ਪਏ ਤੇ ਕੰਮ ਸ਼ੁਰੂ, ਔਰ ਉਹ ਆਪਣੇ ਆਪ ਹੀ ਹੋਣਾ ਹੈ। ਆਪਣੇ ਆਪ ਹੋਣਾ ਮਤਲਬ ਤੁਹਾਡਾ ਜੀਵਨ ਆਪਣੇ ਆਪ ਹੀ ਸਹੀ ਡਾਇਰੈਕਸ਼ਨ ਚ ਤੁਰ ਪੈਣਾ। देखो जब तक अही पायलट बने हैं ना, जब हम होते तब तुम नहीं, जब तुम होते तब हम नहीं। बाणी क्लियर कर दी है बिल्कुल। ते ਜਦੋਂ ਬੁਰਾਈ ਕਰਦੇ ਜੋ ਤਾਂ ਸਮਝ ਲਓ ਕਿ ਮੈਂ ਵਾਂ। ਤੇ ਵਰਤਮਾਨ ਆ ਗਿਆ, ਵਿਚਾਰ ਵੀ ਭੂਤ ਦੇ ਜਾਂ ਭਵਿੱਖ ਦੇ ਹੁੰਦੇ ਆ ਜੀ। ਬਿਲਕੁਲ, ਵਿਚਾਰ ਵੀ ਭੂਤ ਦੇ ਹੁੰਦੇ। ਭਾਜੀ ਵਰਤਮਾਨ ਚ ਵਿਚਾਰ ਹੋ ਹੀ ਨਹੀਂ ਸਕਦਾ, ਕਿਉਂਕਿ ਵਰਤ ਰਿਹਾ ਉਹ ਚੱਲ ਰਿਹਾ ਹੈ। ਹਾਂ, ਉਹਦੇ ਨਾਲ ਤੁਹਾਨੂੰ ਫਲੋ ਦੇਖੋ। ਭੂਤਕਾਲ ਕੀ ਹੈ, ਤੁਸੀਂ ਕੀ ਕਰ ਰਹੇ ਜੋ ਆਪੋਜਿਟ ਤੈਰਨਾ ਸ਼ੁਰੂ ਕਰਤਾ ਨਦੀ ਦੇ ਪਿੱਛੇ ਜਾ ਰਹੇ ਜੋ ਤੁਸੀਂ, ਉਹਦੇ ਪਿੱਛੇ ਪਾਣੀ ਤੇ ਲੰਘ ਚੁੱਕਿਆ ਹੋ। ਉਹ ਪੁਲ ਦੇ ਥੱਲੇ ਜਿਹੜੀ ਮੂਵਮੈਂਟ ਹੈਗੀ ਹੈ ਲਮਹਾ ਮੌਜੂਦ ਹੈਗੀ ਹੈ ਜੋ ਇਸ ਟਾਈਮ ਚੱਲ ਰਹੀ ਹੈ। ਜਿਹੜਾ ਪਾਣੀ ਅੱਗੇ ਆਉਣਾ ਉਹਦੇ ਬਾਰੇ ਵੀ ਚਿੰਤਾ ਨਾ ਕਰੋ, ਤੇ ਜਿਹੜਾ ਪਾਣੀ ਲੰਘ ਗਿਆ ਉਹਦੇ ਬਾਰੇ ਭੂਤਕਾਲ ਬਾਰੇ ਕੀ ਕਰੋਗੇ। ਉਹ ਪਾਣੀ ਲੰਘ ਗਿਆ, ਉਹ ਪੁਲ ਦੇ ਥੱਲੇ ਦੁਬਾਰਾ ਨਹੀਂ ਆਉਣਾ ਹੁਣ। ਔਰ ਬੰਦੇ ਦੀ ਇੱਛਾ ਦੇਖਣਾ ਮੋਟੜਾ। ਹਾਂ, ਤੇ ਬੰਦੇ ਦੀ ਜ਼ਿੰਦਗੀ ਸਾਰੀ ਉਸ ਭੂਤਕਾਲ ਚ ਲੰਘ ਜਾਂਦੀ ਹੈ। ਜਿਹੜਾ ਪਾਣੀ ਪਤਾ ਹੀ ਨਹੀਂ ਕਦੋਂ ਦਾ ਪੁਲ ਦੇ ਥੱਲੋਂ ਲੰਘ ਚੁੱਕਿਆ ਸੀ, ਉਹ ਬਸ ਉੱਥੇ ਫਿਰ ਕੁਛ ਵੀ ਨਹੀਂ ਹੈਗਾ। ਦੁੱਖ ਲੱਗਣਗੇ ਤੁਹਾਨੂੰ, ਐਂਗਜ਼ਾਇਟੀ, ਡਿਪਰੈਸ਼ਨ ਕਿੱਥੋਂ ਆਏ ਨੇ ਇਹ ਮਾਨਸਿਕ ਰੋਗ। ਬਾਣੀ ਚ ਕਿਹਾ ਵਾ, ਗੁਰੂ ਜੀ ਬੋਲ ਕੇ ਗਏ ਨੇ, ਉਹਨਾਂ ਕੋਲ ਲੱਗਦਾ ਕੋਈ ਮਾਨਸਿਕ ਬਿਮਾਰ ਲੋਕ ਪਹੁੰਚੇ ਨੇ। ਉਹ ਕਹਿੰਦੇ ਚਿੰਤਾ ਕਾਹੇ ਕੀਜੀਏ। ਚਿੰਤਾ ਜੋ ਹੋਣੀ ਅਨਹੋਣੀ ਹੋਵੇ, ਇਦਾਂ ਦੀ ਤੁਕ ਹੈਗੀ ਆ। ਹਾਂਜੀ, ਚਿੰਤਾ ਤਾਂ ਕੀ ਕੀਜੀਏ ਜੇ ਅਨਹੋਣੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਚਿੰਤਾ ਕਾਹਨੂੰ ਕਰਨੀ ਆ, ਜੋ ਹੋਣਾ ਹੋ ਕੇ ਰਹਿਣਾ, ਤੇ ਜੋ ਨਹੀਂ ਹੋਣਾ ਉਹ ਨਹੀਂ ਹੋਣਾ। ਬਿਲਕੁਲ। ਔਰ ਇਹ ਵੀ ਗਰੰਟੀ ਨਹੀਂ ਆ ਕਿ ਜੋ ਆਪਾਂ ਸੋਚਦੇ ਹਾਂ ਓਦਾਂ ਹੋਊਗਾ। 100 ਚੋਂ ਕੇਵਲ 1% ਸਾਡੇ ਸੋਚੇ ਅਨੁਸਾਰ ਹੁੰਦਾ ਹੈ। 100 ਚੋਂ 1%, 99% ਜਿੱਦਾਂ ਹੀ ਸੋਚਦੇ ਉਦਾਂ ਹੁੰਦਾ ਹੀ ਨਹੀਂ। ਤੇ ਜੇ 1% ਹੋ ਵੀ ਜਾਂਦਾ ਤੇ ਫਿਰ ਉੱਥੇ ਚਿੰਤਾ ਕਰਨ ਦੀ ਕੀ ਲੋੜ ਪਈ। ਮਹਾਰਾਜ ਦੀ ਬਾਣੀ ਕਹਿੰਦੀ ਹੈ ਜੀ, ਤੀਸਰੇ ਪਾਤਸ਼ਾਹ ਦੀ ਬਾਣੀ ਕਹਿੰਦੀ ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸੀ ਹੀ ਹੈ, ਨਾਨਕ ਜਨ ਤੋਂ ਪਾਏ ਕੇ ਤਿਨਾ ਵੀ ਰੋਜ਼ੀ ਦੇ। ਸਹੀ ਹੈ, ਸਾਰਿਆਂ ਨੂੰ ਰੋਜੀ ਦਿੰਦਾ ਜੀ, ਉਹ ਦੇ ਰਿਹਾ ਜੀ ਭੰਡਾਰੀ। ਹਾਂਜੀ ਸਾਧ ਸੰਗਤ ਜੀ, ਫਿਰ ਆਪਾਂ ਕਥਾ ਤੇ ਵਾਪਸ ਆਉਂਦੇ ਹਾਂ। ਕਹਿੰਦੇ ਜਿਹੜੀਆਂ ਦਾਤਾਂ ਨੇ ਉਹ ਤੁਹਾਡਾ ਪਿੱਛੇ ਕੁਝ ਚੱਲ ਰਿਹਾ ਸੀ, ਉਹਦੇ ਕਰਕੇ ਤੁਹਾਨੂੰ ਆ ਕੁਛ ਮਿਲ ਰਿਹਾ ਹੈ। ਇਹ ਫ੍ਰੀ ਨਹੀਂ ਕੁਛ ਮਿਲਦਾ ਬ੍ਰਹਿਮੰਡ ਚ। ਆਪ ਪਲੀਜ਼ ਅੰਡਰਸਟੈਂਡ ਕਰੋ, ਤੁਹਾਡੇ ਘਰ ਜੇ ਦੁੱਧ ਆ ਰਿਹਾ ਨਾ ਤੇ ਸੱਜਣੋ ਤੁਸੀਂ ਉਹਦੇ ਪੈਸੇ ਦੇ ਰਹੇ ਜੋ। ਤੁਸੀਂ ਨਹੀਂ ਪੈਸੇ ਦਿੱਤੇ ਤੇ ਦੁੱਧ ਬੰਦ। ਫ੍ਰੀ ਤੇ ਕੁਛ ਵੀ ਨਹੀਂ ਨਿੱਜਰ ਸਾਹਿਬ। ਬਿਲਕੁਲ ਸਹੀ ਗੱਲ ਹੈ। ਔਰ ਨਾ ਮਾਫ ਕਰਨਾ, ਮੈਂ ਤੁਕ ਬੋਲੀ ਸੀਗੀ, ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸੀ ਹੈ, ਜਲ ਮੈਂ ਜਨ ਤੋਂ ਪਾਏ ਕੇ ਤਿਨਾ ਵੀ ਰੋਜ਼ੀ ਦੇ। ਦੇਖੋ ਪਾਣੀ ਦੇ ਵਿੱਚ ਕਹਿੰਦੇ ਆ, ਪਾਣੀ ਦੇ ਵਿੱਚ ਕਿਹੜੀਆਂ ਹੱਟੀਆਂ ਚੱਲਦੀਆਂ ਭਾਈ, ਕਿਹੜੀ ਖੇਤੀ ਹੁੰਦੀ ਆ। ਪਾਣੀ ਦੇ ਵਿੱਚ ਵੀ ਜਿੰਦਾ ਰਹਿ ਰਹੇ ਜੀਵ, 42 ਲੱਖ ਜੀਵ ਜਿਹੜੇ ਨਾਮਦੇਵ ਜੀ ਕਹਿੰਦੇ ਪਾਣੀ ਚ ਹੈਗੇ, ਕਿਵੇਂ ਉਹ ਜਿੰਦਾ ਰਹਿ ਰਹੇ ਭਾਈ। ਹਾਂਜੀ ਗੋਲ ਹਾਂ। ਹੁਣ ਉਹ ਤਾਂ ਮੈਂ ਕਮਲ ਮੈਨੂੰ ਦੱਸਣ ਦੇ ਅਸੀਂ, ਕਹਿੰਦਾ ਪਾਪਾ ਪਤਾ ਨਹੀਂ 1 ਕਿੱਲੇ ਜ਼ਮੀਨ ਦੇ ਵਿੱਚ ਜਿੰਨੀ ਰੁੱਖ ਲਾਵਾਂਗੇ ਤੇ ਫਿਰ ਜਾ ਕੇ 10-12 ਬੰਦਿਆਂ ਦੀ ਆਕਸੀਜਨ ਤਿਆਰ ਹੁੰਦੀ ਆ। ਇਹ ਨਹੀਂ ਕਿ ਤੁਸੀਂ 1 ਰੁੱਖ ਲਾ ਲਿਆ ਤੇ 300-400 ਬੰਦੇ ਉੱਥੋਂ ਆਕਸੀਜਨ ਪ੍ਰਾਪਤ ਕਰ ਲੋਗੇ। ਇਹ ਵੀ ਸਾਡੇ ਤੇ ਕਰਜ਼ਾ ਹੈਗਾ ਵਾ ਆਕਸੀਜਨ ਦਾ। ਇਸ ਕਰਕੇ ਪਹਿਲਾਂ ਵੀ ਕਈ ਵਾਰੀ ਜਿਹੜੀ ਪਹਿਲੀ ਕਿਤਾਬ ਲਿਖੀ ਸੀ ਉਹ 'ਚ ਮੈਂ ਰਿਕੁਐਸਟ ਕੀਤੀ ਕਿ ਆਪਣੀ ਜ਼ਿੰਦਗੀ ਦੇ ਵਿੱਚ 1 ਹੱਥੀ ਰੁੱਖ ਲਾਇਓ ਵੱਡਾ। ਤੁਹਾਡਾ ਧਰਤੀ ਮਾਂ ਦਾ ਕਰਜ਼ ਹੈਗਾ ਵਾ, ਇਹ ਵੀ ਕਰਜ਼ ਤੁਹਾਨੂੰ ਉਤਾਰਨਾ ਪੈਣਾ ਹੈ।
ਬਿਲਕੁਲ। ਔਰ ਬੰਦਾ ਸਾਰੀ ਜ਼ਿੰਦਗੀ ਆਕਸੀਜਨ ਪੀਂਦਾ ਹੈ, ਉਲਟਾ 2-4 ਰੁੱਖ ਵੱਢ ਕੇ ਜਾਂਦਾ ਹੈ, ਲਾਉਂਦਾ ਨਹੀਂ ਕੋਈ। ਔਰ ਪ੍ਰਕਿਰਤੀ ਦੀ ਇਹ ਪ੍ਰਕਿਰਤੀ ਵੇਂਦੀ ਪਈ ਹੈ ਤੁਹਾਡੇ ਤੇ। ਆ ਫੁੱਲ ਬੂਟੇ ਲਾਉਣੇ ਅਲੱਗ ਚੀਜ਼ ਆ, ਇੱਕ ਆਪਣੇ ਹੱਥੀ ਵੱਡਾ ਰੁੱਖ ਜ਼ਰੂਰ ਲਾ ਗਏ ਹੋ। ਔਰ ਮੈਨੂੰ ਇਹ ਪ੍ਰਮਾਤਮਾ ਨੇ ਦਾਤ ਬਖਸ਼ੀ ਆ, ਜ਼ਿਆਦਾ ਤੇ ਨਹੀਂ, 4-5 ਰੁੱਖ ਤੇ ਮੈਂ ਲਾਏ ਆ। ਵਧੀਆ। 4-5 ਰੁੱਖ ਵੀ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ। ਬੰਦੇ ਐਸੇ ਕਈ ਹੈਗੇ ਸਾਰੀ ਜ਼ਿੰਦਗੀ ਫ੍ਰੀ ਚ ਆਕਸੀਜਨ ਲੈਂਦੇ ਰਹਿੰਦੇ, ਇੱਕ ਰੁੱਖ ਵੀ ਨਹੀਂ ਲਾਉਂਦੇ। ਇਹ ਕਰਜ਼ਾ ਵਾ ਤੁਹਾਡੇ ਤੇ, ਪਰ ਬੰਦਾ ਨਹੀਂ ਸੋਚਦਾ। ਠੀਕ ਹੈ ਜੀ, ਜੇ ਆਕਸੀਜਨ ਕਰਜ਼ਾ ਤੇ ਦੂਜੇ ਵੀ ਕਰਜ਼ੇ ਨੇ। ਠੀਕ ਹੈ, ਹੁਣ ਇੱਥੇ ਇੱਕ ਚੀਜ਼ ਨੂੰ ਸਮਝੋ, ਇੱਕ ਜਗੰਦੇ ਨਾ ਲਹਿੰਦੇ ਲੈਣ ਨਾ ਲਹਿਣ। ਇੱਕ ਇੱਕ ਕਹਿੰਦੇ ਆ ਕਿ ਇੱਕ ਤੇ ਚਲੋ ਬੰਦਾ ਬੇਹੋਸ਼ ਚ ਪਿਆ ਨਾ, ਸੁੱਤਾ ਵਾ, ਕੋਮਾ ਚ ਗਿਆ ਤੇ ਮੰਨਿਆ ਉਹਨੂੰ ਨਹੀਂ ਪਤਾ ਕੀ ਸਹੀ ਤੇ ਕੀ ਗਲਤ ਆ, ਪਰ ਕਈਆਂ ਨੂੰ ਪਤਾ ਵੀ ਆ ਫਿਰ ਵੀ ਨਹੀਂ ਲੈਂਦੇ। ਨਹੀਂ ਲੈਂਦੇ। ਆਪ ਦੇਖੋ ਕਿੰਨੇ ਕਿੰਨੇ ਲੋਕ ਐਸੇ ਬੈਠੇ ਹੋਏ ਨੇ, ਨਾ ਨਹੀਂ ਲੈਣਾ ਕਾਹਨੂੰ ਕਿਸੇ ਦੀ ਭਾਵਨਾ ਨੂੰ ਠੇਸ ਪਹੁੰਚਾਉਣੀ ਵਿਚਾਰਿਆਂ ਦੀ। ਵਿਚਾਰੇ ਆਪਣੇ ਮਾਰਗ ਤੋਂ ਭਟਕੇ ਹੋਏ ਨੇ, ਉਹਨਾਂ ਨੂੰ ਪਤਾ ਵੀ ਆ, ਪਰ ਫਿਰ ਵੀ ਬਾਣੀ ਉੱਥੇ ਕਹਿੰਦੀ ਨਾ, ਕਹਿੰਦੀ ਜਾਨਤ ਵੀ ਔਗਣ ਕਰੇ, ਹਾਥ ਦੀਪਕ ਖੂਏ ਪੈਰ ਧਰੇ। ਦੇਖੋ ਗੁਰੂਆਂ ਨੇ ਕਿੰਨਾ ਬਰੀਕੀ ਨਾਲ ਦੇਖਿਆ। ਉਹ ਕਹਿੰਦੇ ਕਿ ਇੱਕ ਤੇ ਚਾਰਾ ਭੋਲਾ ਵਾ, ਅੱਖਾਂ ਤੇ ਪੱਟੀ ਬੱਧੀ ਨੂੰ ਨਹੀਂ ਦਿਖਦਾ, ਕਹਿੰਦੇ ਇੱਕ ਨੂੰ ਦਿਖਦਾ ਪਿਆ ਵਾ, ਅੱਖਾਂ ਵੀ ਖੋਲੀਆਂ ਰੱਬ ਨੇ, ਏਡੇ ਵੱਡੇ ਡੇਲੇ ਦਿੱਤੇ ਆ, 6x6 ਨਜ਼ਰ ਵੀ ਹੈਗੀ ਆ, ਫਿਰ ਵੀ ਉਹ ਜਿਹੜਾ ਵਾ ਉਹ ਗਲਤ ਕੰਮ ਕਰਦਾ। ਇਹ ਨਹੀਂ ਕੋ ਕਬੁੱਧੀ ਬੁੱਧਾ, ਇਹ ਨਹੀਂ ਕਿ ਭ੍ਰਿਸ਼ਟ ਨਹੀਂ ਹੈ, ਮਤਲਬ ਦਿਮਾਗ ਉਹਦਾ ਚੰਗਾ ਭਲਾ ਚੱਲਣ ਦਿਆ, ਪਰ ਇਹਦੇ ਬਾਵਜੂਦ ਵੀ ਇਹੋ ਜਿਹੇ ਕੰਮ ਕਰਦਾ। ਔਰ ਖਾਸ ਕਰਕੇ ਪੜ੍ਹੇ ਲਿਖੇ ਬੰਦੇ ਵੀ ਇਹ ਕੰਮ ਕਰਦੇ। ਇੱਕ ਤੇ ਅਨਪੜ੍ਹ ਬੰਦਾ ਵਿਚਾਰੇ ਨੂੰ ਨਹੀਂ ਪਤਾ, ਉਹ ਤੇ ਚਲੋ ਉਹਨੂੰ ਨਹੀਂ ਗਿਆਨ। ਇੱਕ ਜਿਨ੍ਹਾਂ ਨੇ ਗ੍ਰੰਥਾਂ ਨੂੰ ਪੜ੍ਹਿਆ, ਕਿਤਾਬਾਂ ਨੂੰ ਇਹ ਪੜ੍ਹਿਆ ਹੈ, ਇਹਦੇ ਬਾਵਜੂਦ ਆਪ ਦੇਖੋ ਵੱਡੀਆਂ ਵੱਡੀਆਂ ਪੋਸਟਾਂ ਦੇ ਉੱਤੇ ਲੋਕ ਲੱਗੇ ਨੇ, ਕੋਈ ਜੱਜ ਆ, ਕੋਈ IPS ਅਫਸਰ ਬਣਿਆ, ਉਹ ਵੀ ਉਹ ਕੰਮ ਕਰ ਰਹੇ ਨੇ। ਕੋਈ ਮਿਨਿਸਟਰ ਬਣ ਗਿਆ ਨਿੱਜਰ ਸਾਹਿਬ, ਕੋਈ ਚੀਫ ਮਿਨਿਸਟਰ ਬਣ ਗਿਆ, ਕੋਈ MLA, ਕੋਈ MP, ਕੋਈ ਗਵਰਨਰ ਬਣ ਗਿਆ। ਆਪ ਦੇਖੋ ਉਹ ਵੀ ਦਲਦਲ ਚ ਡੁੱਬੇ ਹੋਏ ਨੇ। ਬਿਲਕੁਲ, ਜਦ ਕਿ ਉਹਨਾਂ ਨੂੰ ਤੇ ਲੋੜ ਹੀ ਨਹੀਂ ਸੀ। ਪਰ ਬਾਣੀ ਕਹਿੰਦੀ ਜਾਨਤ ਵੀ ਔਗਣ ਕਰੀ, ਏਦਾਂ ਦੇ ਲੋਕ ਹੈਗੇ ਨੇ। ਆਹ ਦੇਖੋ ਹੁਣ ਇੱਥੇ ਸਮਝਾ ਰਹੇ ਨੇ, ਕਹਿੰਦੇ ਕਿ ਜਾਗਦਿਆਂ ਹੋਇਆ ਵੀ ਕੋਈ ਲੈਂਦਾ ਹੀ ਨਹੀਂ। ਇੱਕ ਤੇ ਸੁੱਤਾ ਹੋਇਆ ਨਾ, ਹੁਣ ਮੇਰੇ ਵਰਗੇ ਤੇ ਇੱਥੇ ਕਿਸੇ ਨੇ ਹੋਕਾ ਦਿੱਤਾ ਬਈ ਫਰੀ ਦੇ ਵਿੱਚ ਸ਼ਹਿਦ ਲੈ ਲਓ, ਤੇ ਮੈਂ ਤਾਂ ਸੁੱਤਾ ਵਾਂ ਤੇ ਜਦ ਮੈਨੂੰ ਪਤਾ ਨਾ ਲੱਗਿਆ। ਇੱਕ ਮੈਨੂੰ ਸੁਣਦਾ ਪਿਆ, ਮੈਂ ਜਾਗਦਾ ਪਿਆ, ਇਹਦੇ ਬਾਵਜੂਦ ਵੀ ਮੈਂ ਚੰਗਿਆਈ ਨਹੀਂ ਖਰੀਦ ਰਿਹਾ। ਨਿੱਜਰ ਸਾਹਿਬ ਬਿਲਕੁਲ ਬਿਲਕੁਲ, ਸੁੱਤੇ ਨੂੰ ਵਿਚਾਰੇ ਨੂੰ ਕੀ ਪਤਾ ਲੱਗਿਆ, ਉਹ ਵਿਚਾਰਾ ਸੁੱਤਾ ਸੀ, ਉਹ ਤੇ ਗੱਲ ਵੱਖਰੀ। ਬਾਣੀ ਕਹਿੰਦੀ ਜਾਗਦਾ ਪਿਆ ਹੈ, ਪਰ ਸਾਹਮਣੇ ਸੱਚ ਦਾ ਹੋਕਾ ਪੈਣ ਦਿਆ ਵੀ ਸੱਚ ਲੈ ਲਓ, ਸੱਚ ਲੈ ਲਓ, ਸੱਚਾ ਲਿਆਓ ਜੀਵਨ ਚ ਆਪਣੇ ਅੰਦਰ ਆਚਰਨ। ਪਰ ਬੰਦਾ ਉਹ ਜਾਗਦਾ ਵੀ ਮੂੰਹ ਪਰੇ ਕਰ ਲੈਂਦਾ, ਜਿਹੜਾ ਵੇਖਦਾ ਹੀ ਨਹੀਂ ਹੈ। ਤੇ ਫਿਰ ਉਹ ਜਿਹੜੇ ਸੁੱਤੇ ਹੁੰਦੇ ਆ, ਉਹ ਫਿਰ ਦੂਜਿਆਂ ਨੂੰ ਉਠਾਉਂਦੇ ਆ ਕਿ ਤੁਸੀਂ ਉੱਠੋ। ਹੁਣ ਕਈ ਬੰਦੇ ਵੇਖਿਆ, ਕਈਆਂ ਦਾ ਆਪਣਾ ਦੀਪਕ ਬੁਝਿਆ ਹੁੰਦਾ, ਉਹ ਦੂਜਿਆਂ ਨੂੰ ਗਿਆਨ ਵੰਡੀ ਜਾਂਦੇ ਨੇ ਵੀ ਤੁਸੀਂ ਭਗਤੀ ਕਰੋ, ਤੁਸੀਂ ਧਿਆਨ ਸਿਮਰਨ ਕਰੋ। ਤੇ ਉਹਨਾਂ ਨੂੰ ਪੁੱਛੋ ਬਈ ਤੁਸੀਂ ਪਹਿਲਾਂ ਕੀਤਾ ਵਾ? ਬਾਣੀ ਉੱਥੇ ਇੱਕ ਤੁਕ ਉਚਾਰਨ ਕਰਦੀ ਆ, ਅਵਰ ਉਪਦੇਸ਼ੇ ਆਪ ਨਾ ਕਰੇ, ਆਵਤ ਜਾਵਤ ਜਨਮੇ ਮਰੇ। ਕਹਿੰਦਾ ਜਿਹੜਾ ਬੰਦਾ ਦੂਜਿਆਂ ਨੂੰ ਉਪਦੇਸ਼ ਕਰਦਾ, ਆਪ ਨਹੀਂ ਕਰਦਾ। ਉਹ ਕਹਿੰਦਾ ਕਿ ਤੂੰ ਭੋਲਿਆ, ਤੂੰ ਦੂਜੇ ਸ਼ੁਰੂਆਤ ਤੂੰ ਆਪਣੇ ਤੋਂ ਕਰਨੀ ਸੀ, ਔਰ ਸਿਖਾਉਣਾ ਤੂੰ ਆਪਣੇ ਆਪ ਨੂੰ ਸੀ। ਹਾਂ, ਜਦੋਂ ਤੇਰੇ ਪੱਲੇ ਕੁਝ ਹੋ ਜਾਂਦਾ ਤੇ ਫਿਰ ਦੂਜਿਆਂ ਨੂੰ ਵੀ ਸਿਖਾਉਣ ਦੇ ਤੂੰ ਹੱਕ ਚ ਬਣ ਸਕਦਾ ਸੀ, ਹੱਕਦਾਰ, ਪਰ ਤੂੰ ਖੁਦ ਹੀ ਨਹੀਂ ਸਿੱਖਿਆ। ਤੇ ਫਿਰ ਜੇ ਨਹੀਂ ਸਿੱਖਿਆ ਤੇ ਨਿੱਜਾ ਸਾਹਿਬ ਫਿਰ ਉਹ ਕਹਿੰਦੇ ਤੈਨੂੰ ਵੀ ਸੰਸਾਰ ਚ ਘੁੰਮਣਾ ਪਊਗਾ, ਕਿਉਂਕਿ ਤੂੰ ਸੁਣਿਆ ਔਰ ਤੇ ਅਸਰ ਨਹੀਂ ਕੀਤਾ। ਫਿਰ ਬਾਣੀ ਕਹਿੰਦੀ ਗੱਲੀਆਂ ਅਸੀਂ ਚੰਗੀਆਂ, ਆਚਾਰੀ ਬੁਰੀਆਂ। ਜਿਹੜੇ ਬੰਦੇ ਚੰਗੀਆਂ ਗੱਲਾਂ ਕਰਦੇ ਨੇ, ਉਹਨਾਂ ਦੇ ਜੇਕਰ ਗੱਲਾਂ ਦੇ ਵਿੱਚ ਹੀ ਕੰਮ ਰਹਿ ਗਿਆ ਤੇ ਆਚਾਰ ਨਹੀਂ ਸਹੀ ਹੋਏ, ਉਹ ਆਵਤ ਜਾਵਤ ਚ ਰਹਿਣਗੇ। ਸਹੀ ਹੈ ਨਿੱਜਰ ਸਾਹਿਬ? ਬਿਲਕੁਲ, ਬਾਣੀ ਤੇ ਉਹ ਕਹਿ ਰਹੀ ਹੈ। ਫਿਰ ਅਗਲੇ ਜਿਵੇਂ ਕੌਡਾ ਰਾਕਸ਼ ਸੀ ਜਾਂ ਸੱਜਣ ਠੱਗ ਸੀ, ਉਹ ਤਾਂ ਪਾਪਾਂ ਚ ਮਾਇਆ ਚ ਸੁੱਤੇ ਪਏ ਸੀਗੇ, ਭਗਤੀ ਨਹੀਂ ਸੀ ਕਰਦੇ, ਉਹਨਾਂ ਨੂੰ ਵੀ ਤਾਰ ਦਿੱਤਾ ਜੀ। ਬਿਲਕੁਲ ਸਹੀ ਗੱਲ। ਨਹੀਂ ਤਾਰ ਤੇ ਦੇਖੋ, ਨਹੀਂ ਤਾਰਨ ਦੀ ਤੇ ਕੋਈ ਭਾਜੀ ਗੱਲ ਹੀ ਨਹੀਂ ਆ। ਤਾਰਨ ਦੀ ਤੇ ਕਦੇ ਕੰਡੀਸ਼ਨ ਨਹੀਂ ਹੈਗੀ ਕਿ ਤੁਹਾਡੇ ਪਾਪ ਤੇ ਕਿਤੇ ਵੀ ਰੁਕਾਵਟ ਨਹੀਂ ਹੈਗੇ। ਨਾ, ਬਿਲਕੁਲ ਸਹੀ ਗੱਲ ਹੈ। ਗੱਲ ਸਾਹਿਬ ਗਿੱਲ ਸਾਹਿਬ, ਗੱਲ ਤੇ ਚੱਲਣ ਦੀ ਆ, ਮੰਨਣ ਦੀ ਆ, ਚੱਲਣ ਦੀ ਆ। ਤਾਂ ਵੀਰ ਜੀ ਚੱਲੇ ਵੀ ਨਹੀਂ ਸੀਗੇ ਜੀ,
ਨਹੀਂ ਚੱਲੇ ਸੀਗੇ। ਏਦਾਂ ਨਾ ਕਹੋ, ਨਹੀਂ ਬਿਨਾਂ ਚੱਲਿਆ ਅਜੇ ਤੱਕ ਕਿਸੇ ਨੂੰ ਬ੍ਰਹਮ ਗਿਆਨੀ ਆ। ਮੈਂ ਇਸ ਗੱਲ ਨੂੰ ਵੀ ਨਹੀਂ ਮੰਨਦਾ ਕਿ ਅਸ਼ਟਾਵਕਰ ਨੂੰ ਰਕਾਬ 'ਚ ਪੈਰ ਰੱਖਿਆ ਗਿਆਨ ਪ੍ਰਾਪਤ ਹੋਇਆ। ਆਪ ਪਲੀਜ਼ ਅੰਡਰਸਟੈਂਡ ਕਰੋ, ਬਾਣੀ ਦੇ ਵਿੱਚ ਆਪ ਪੜੋ। ਬਾਣੀ ਜਦੋਂ ਤੁਸੀਂ ਬ੍ਰਹਮਲੀਨ ਹੋਣਾ 2.5-3 ਸਾਲ ਦਾ ਸਮਾਂ ਲੱਗੂਗਾ, ਉਹ ਵੱਖਰੀ ਗੱਲ। ਤੁਸੀਂ ਸਾਧਨਾ ਸ਼ੁਰੂ ਕਰਤੀ, ਕਿਸੇ ਬੰਦੇ ਨੂੰ ਰਕਾਬ 'ਚ ਪੈਰ ਰੱਖਣ ਤੇ ਗਿਆਨ ਪ੍ਰਾਪਤ ਨਹੀਂ ਹੋ ਸਕਦਾ। ਨਹੀਂ ਹੋ ਸਕਦਾ ਤੇ ਇੱਥੇ ਮੇਰੇ ਸਾਹਮਣੇ ਕੋਈ ਬੰਦਾ ਲਿਆ ਦੋ, ਉਹਨੂੰ ਕਹੋ ਕਿ ਮੈਨੂੰ ਹੋ ਗਿਆ। ਨਹੀਂ ਐਵੇਂ ਨਹੀਂ ਹੋ ਸਕਦਾ। ਇਹ ਸਾਰੀਆਂ ਪ੍ਰੈਕਟੀਕਲ ਨਹੀਂ, ਇਹ ਕਹਾਣੀਆਂ ਹੈਗੀਆਂ। ਇਹ ਪਰਮਾਤਮਾ ਦੇ ਨਿਯਮ ਤੋਂ ਬਿਲਕੁਲ ਉਲਟ ਆ। ਹਾਂਜੀ ਬਿਲਕੁਲ। ਮੈਂ ਇਹ ਚੀਜ਼ ਨੂੰ ਐਕਸੈਪਟ ਨਹੀਂ ਕਰਦਾ। ਆਪ ਕਿਸੇ ਬੰਦੇ ਨੂੰ ਕਹਿ ਦੋ ਕਿ ਮੈਨੂੰ ਕਿਸੇ ਨੇ ਸਿਰ ਤੇ ਹੱਥ ਰੱਖਿਆ ਨੂੰ ਗਿਆਨ ਪ੍ਰਾਪਤ ਹੋ ਗਿਆ, ਮੈਂ ਉਸ ਗੱਲ ਨੂੰ ਖੰਡਨ ਕਰਦਾ। ਝੂਠ ਜਿੱਥੇ ਮਰਜ਼ੀ ਲਿਖੀ ਹੋਵੇ, ਉਹ ਚੀਜ਼ ਨਹੀਂ ਸਹੀ। ਉਹ ਕੇਵਲ ਕਲਪਨਾ ਹੈ, ਉਹ ਤੁਹਾਡੇ ਤੇ ਬੁੱਧੀ ਦੀ ਕ੍ਰੀਏਸ਼ਨ ਹੈਗੀ ਆ। ਤੁਹਾਡਾ ਦਰਵਾਜ਼ਾ ਦੂਜਾ ਖੁੱਲ ਨਹੀਂ ਸਕਦਾ ਜਦ ਤੱਕ ਤੁਸੀਂ ਪਹਿਲੇ ਦਰਵਾਜ਼ੇ ਦੀ ਰਿਕੁਆਇਰਮੈਂਟ ਪੂਰੀ ਨਹੀਂ ਕਰੋਗੇ। ਜਦੋਂ ਦੂਜੇ ਦੀ ਰਿਕੁਆਇਰਮੈਂਟ ਪੂਰੀ ਕੀਤੀ ਨਾ ਤੀਜਾ ਖੁੱਲਣਾ ਵਾ। ਦਸਮ ਦਵਾਰ ਮਜ਼ਾਕ ਨਹੀਂ ਹੈਗਾ, ਉਹ ਤੁਹਾਡੇ ਜੀਵਨ ਦੀ ਇੱਕ ਇੱਕ ਚੀਜ਼ ਵਿੱਚ ਤੁਹਾਨੂੰ ਲੰਘਣਾ ਪੈਣਾ। ਨਿੱਜਾ ਸਾਹਿਬ ਬਿਲਕੁਲ ਸਹੀ ਕਹਿ ਰਹੇ ਹੋ ਗੋਰਖੀ ਸਾਹਿਬ, ਗੁਰਬਾਣੀ ਇਹੀ ਕਹਿੰਦੀ ਹੈ। ਮੈਂ ਵੀ ਸਹਿਮਤ ਹਾਂ ਤੁਹਾਡੇ ਨਾਲ, ਬਿਲਕੁਲ ਸਹੀ ਗੱਲ ਆ। ਤੁਸੀਂ ਪਹਿਲੀ ਮੰਜ਼ਿਲ ਤੇ ਚੜੋਗੇ, ਫਿਰ ਦੂਜੀ ਤੇ ਤੀਜੀ। ਇਹੋ ਹੀ ਧਰਮ ਦਾ ਰਸਤਾ ਵਾ। ਔਰ ਇੱਥੇ ਕਿਤੇ ਵੀ ਬੰਦਾ ਕੋਈ ਵੀ ਬੰਦਾ ਕੋਈ ਕਹਿ ਦੇਣਾ ਕਿ ਕਲੇਮ ਕਰੇ ਮੈਂ ਸਿੱਧਾ 10ਵੇਂ ਤੇ ਪਹੁੰਚ ਗਿਆ, ਇਟ ਇਜ਼ ਨਾਟ ਟਰੂ, ਇਟ ਇਜ਼ ਨਾਟ ਪ੍ਰੈਕਟੀਕਲ ਪੋਸੀਬਲ। ਤੁਸੀਂ ਭਾਜੀ ਕਿੱਦਾਂ ਚੜ ਜਾਓਗੇ? ਹਾਂ, ਉਹ ਤੇ ਤੁਹਾਡੀ ਵੇਖੋ ਸ਼ੁੱਧੀਕਰਨ ਹੋਣਾ ਹੈ। ਫਿਰ ਤੁਸੀਂ ਔਰ ਪ੍ਰੈਕਟੀਕਲੀ ਤੁਹਾਨੂੰ ਉਸ ਲਾਈਫ ਨੂੰ ਜੀਣਾ ਪੈਣਾ ਹੈ। ਅੱਗੇ ਜਾ ਕੇ ਤੁਸੀਂ ਤ੍ਰਿਕੋਟੀ ਤੋਂ ਅੱਗੇ ਜਾ ਹੀ ਨਹੀਂ ਸਕਦੇ ਨਿੱਜਾ ਸਾਹਿਬ, ਜਦ ਤੱਕ ਤੁਹਾਡੇ ਆਚਰਣ ਨਹੀਂ ਸਹੀ ਹੁੰਦੇ। ਉਹ ਤਾਂ ਮਹਾਰਾਜ ਦੀ ਬਾਣੀ ਕਹਿੰਦੀ ਹੈ ਗੋਰਖੀ ਸਾਹਿਬ, 9 ਸਰ ਸੁਬਰ 10ਵੇਂ ਪੂਰੇ ਧਿਆਨ ਅਦ ਸੁਨ ਵਜਾਵੇਂ ਤੂਰੇ। 9 ਸਰ ਜਦ ਤੱਕ ਤੁਹਾਡੇ ਜਿਹੜੇ ਉਧਰੋਂ ਪ੍ਰਾਣ ਸ਼ਕਤੀ ਜਾਣੋ ਬੰਦ ਨਹੀਂ ਹੁੰਦੀ, ਤਦ ਤੱਕ 10ਵਾਂ ਖੁੱਲਣ ਦੀ ਤਾਂ ਕੰਡੀਸ਼ਨ ਹੀ ਨਹੀਂ ਬਣਦੀ। 9 ਪੂਰੇ ਦੇ ਪੂਰੇ ਭਰਨਗੇ ਤਾਂ 10ਵਾਂ ਖੁੱਲੂਗਾ। ਇੰਨਾ ਪ੍ਰੈਸ਼ਰ ਚਾਹੀਦਾ ਉੱਤੇ, ਇੰਨਾ ਪ੍ਰੈਸ਼ਰ ਚਾਹੀਦਾ। ਚਾਬੀ ਦੇ ਦੰਦੇ ਬਰਾਬਰ ਮਿਲਦੇ ਆ ਤਾਂ ਦਰਵਾਜ਼ਾ ਖੁੱਲਦਾ ਵਾ। ਲੌਕ ਉਹਨਾਂ ਚ ਲੌਕ ਨਹੀਂ ਖੁੱਲਣਾ ਤੁਹਾਡਾ। ਪ੍ਰਕਿਰਤੀ ਨੇ ਦੇਖੋ ਇਹ ਚੀਜ਼ ਗੁਪਤ ਰੂਪ ਚ ਰੱਖੀ ਆ। ਔਰ ਜੇਕਰ ਏਦਾਂ ਬ੍ਰਹਮ ਗਿਆਨੀ ਬੰਦਾ ਬਣ ਜੇ, ਆਪ ਜਸਟ ਦੇਖੋ ਕਈਆਂ ਦੇ ਗੁਰੂਆਂ ਦੇ ਭੈਣ ਭਰਾ ਚਾਚੇ ਤਾਏ ਆਪਣੇ ਮੁੰਡੇ ਸੀ, ਫਿਰ ਉਹਨਾਂ ਦਾ ਨੇਤਰ ਕਿਉਂ ਨਹੀਂ ਖੁੱਲ ਗਿਆ? ਬਿਲਕੁਲ ਸਹੀ ਗੱਲ ਆ। ਇਹ ਸਾਰੀਆਂ ਜਿਹੜੀਆਂ ਸਾਖੀਆਂ ਹੈਗੀਆਂ ਚੰਗੀਆਂ ਲੱਗਦੀਆਂ ਆਪਾਂ ਨੂੰ ਬਹੁਤ ਸ਼ਰਧਾ ਹੈਗੀ, ਪਰ ਭਾਈ ਇਹ ਗੁਰਬਾਣੀ ਤੇ ਜਿਹੜੀਆਂ ਕਸੌਟੀ ਤੇ ਸਹੀ ਉਤਰਦੀਆਂ ਉਹੀ ਸਾਖੀਆਂ ਹੈ। ਜਿਹੜੀਆਂ ਨਹੀਂ ਉਤਰਦੀਆਂ ਭਾਈ, ਅਸੀਂ ਹੱਥ ਜੋੜ ਕੇ ਕਹਿੰਦੇ ਆ ਸੰਗਤ ਜੀ, ਮਤ ਜਿਹੜਾ ਹੈਗਾ ਮਤ ਆਪਣਾ ਸਮਾਂ, ਇਹ ਕੀਮਤੀ ਜੀਵਨ ਦਾ ਸਮਾਂ ਬਰਬਾਦ ਕਰੋ। ਹਾਂਜੀ ਵੀਰ ਜੀ। ਹਾਂ, ਤੇ ਇਹ ਨਹੀਂ ਵੀਰ ਜੀ, ਐਸਾ ਹੈ ਕਿ ਵੀ ਉਹ ਹਰ ਜਨ ਐਸਾ ਚਾਹੇ ਜੈਸਾ ਹਰ ਹੀ ਹੋਏ। ਜਿੰਨੀ ਦੇਰ ਇਹ ਕੁਆਲਿਟੀ ਨਹੀਂ ਪੂਰੀ, ਮਤਲਬ ਨਹੀਂ ਪੂਰੀ ਹੁੰਦੀ ਕੰਡੀਸ਼ਨ, ਨਹੀਂ ਪੋਸੀਬਲ ਹੈਗਾ। ਹਾਂ ਬਿਲਕੁਲ, ਤੁਹਾਨੂੰ ਉੱਥੇ ਪ੍ਰੈਕਟੀਕਲ ਚੱਲਣਾ ਪਊਗਾ। ਛੋਟਾ ਜਿਹਾ ਰੱਬ ਬਣਨਾ ਪੈਣਾ ਤੁਹਾਨੂੰ, ਨਿੱਕਾ ਜਿਹਾ ਬੱਚਾ ਜਿਹਾ ਰੱਬ। ਉਹ ਰੱਬ ਵੀ ਬਣਨ ਦੀ ਲੋੜ ਨਹੀਂ, ਤੁਸੀਂ ਨਹੀਂ ਬਣਨਾ, ਕਮ ਸੇ ਕਮ ਉੱਧਰ ਚੱਲਣਾ ਪੈਣਾ। ਉਹ ਫਿਰ ਆਟੋਮੈਟਿਕਲੀ ਹੋਣਾ ਹੈ। ਔਰ ਇਹ ਚੀਜ਼ 'ਚ ਹਮੇਸ਼ਾ ਹੀ ਆਪਾਂ ਇੱਕੋ ਗੱਲ ਨੂੰ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ, ਐਕਸਪਲੇਨ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਤੁਹਾਨੂੰ ਕੁਛ ਵੀ ਕਰਨ ਦੀ ਲੋੜ ਨਹੀਂ। ਇਟ ਇਜ਼ ਐਵਰੀਥਿੰਗ ਇਹ ਬ੍ਰਹਮ ਕਰੇਗਾ। ਭਗਤੀ ਕਰਨੀ ਨਹੀਂ ਕਰਨੀ, ਤੁਸੀਂ ਕੇਵਲ ਇੱਕ ਸਮਰਪਣ ਕਰਨਾ ਹੈ ਰੱਬ ਦੇ ਗਾੜੀ ਕਿ ਮੈਂ ਭਗਤੀ ਕਰਨਾ ਚਾਹੁੰਦਾ, ਬਸ। ਔਰ ਖਾਲੀ ਸਮਰਪਣ ਨਹੀਂ, ਖਾਲੀ ਤੁਸੀਂ ਜਿਹੜਾ ਹੈਗਾ ਸਮਰਪਣ ਦਾ ਮਤਲਬ ਹੈ ਵੀ ਤੁਸੀਂ ਤੁਰਨਾ ਚਾਹੁੰਦੇ ਹੋ, ਤੁਸੀਂ ਤੁਰਨ ਲੱਗ ਪਏ ਹੋ, ਬਸ ਆਹ ਚਾਹੀਦਾ ਮਾਲਕ ਨੂੰ, ਬਸ। ਉਸ ਤੋਂ ਬਾਅਦ ਜਿਹੜੀ ਗਾਈਡੈਂਸ ਹੈ ਤੁਹਾਨੂੰ ਆਪਣੇ ਆਪ ਹੀ ਪ੍ਰਾਪਤ ਹੋਣੀ ਆ। ਔਰ ਕੋਈ ਬੰਦਾ ਤਰਨਤਾਰਨ ਥਾਣੀ ਜਾਂਦਾ ਹੈ, ਕੋਈ ਬੰਦਾ ਇੱਧਰੋਂ ਬਟਾਲੇ ਥਾਣੀ ਚੱਲ ਜਾਂਦਾ ਹੈ, ਕੋਈ ਰਾਜੇ ਸਾਂਈ ਥਾਣੀ ਚੱਲ ਜਾਂਦਾ ਹੈ, ਰਾਜੇ ਸਾਂਸੀ ਥਾਣੀ, ਸੋ ਕੋਈ ਇੱਧਰੋਂ ਛਾੜਾ ਰੋਡ ਥਾਣੀ ਚੱਲ ਜਾਂਦਾ ਹੈ। ਮਾਰਗ ਜਿਹੜਾ ਨਾ ਦੇਖੋ, ਮੰਜ਼ਿਲ ਸਾਡੀ ਇੱਕ ਆ, ਰਸਤੇ ਹੋ ਸਕਦਾ ਥੋੜੇ ਪਲੱਸ ਮਾਈਨਸ ਹੋਣ, ਠੀਕ ਹੈ ਜੀ। ਆਪ ਪਲੀਜ਼ ਅੰਡਰਸਟੈਂਡ ਕਰੋ। ਹੁਣ ਦੇਖੋ, ਜਿਹੜੇ ਬੰਦੇ ਸੁੱਤੇ ਨੇ, ਇੱਕ ਨਾ ਸੁੱਤਿਆਂ ਦੇ ਹੀ ਉਠਾਲ, ਠੀਕ ਆ। ਇੱਕ ਤੇ ਜਿਹੜੇ ਜਾਗਦੇ ਉਹ ਨਹੀਂ ਲੈਂਦੇ, ਤੇ ਇੱਕ ਜਿਹੜੇ ਆ ਉਹ ਸੁੱਤੇ ਜਿਹੜੇ ਆ ਨਿੱਜਾ ਸਾਹਿਬ, ਸੁੱਤੇ ਉਹੀ ਹੈ ਜਿਹੜੇ ਗੋਰਖੀ ਸਾਹਿਬ ਜਿਨ੍ਹਾਂ ਦੇ ਨੁਕਤਾ ਲੱਭ ਗਿਆ, ਜਿਨ੍ਹਾਂ ਨੂੰ ਮਾੜ ਜਿਹਾ ਪਤਾ ਲੱਗ ਗਿਆ ਹੋਕੇ ਚ ਬਈ ਉੱਠ ਕੇ ਖੜੇ ਹੋ ਗਏ, ਜਾ ਕੇ ਸ਼ਾਇਦ ਖਰੀਦ ਲਿਆ ਉਹਨਾਂ ਨੇ। ਹਾਂ, ਤੇ ਉਹ ਜਿਹੜੇ ਜਾਗ ਲੈਂਦੇ ਨੇ ਤੇ ਬਸ ਉਹਨਾਂ ਨੂੰ ਭਾਜੀ ਜਾਗਣਾ ਕੀ ਆ, ਸੱਚ ਦੇ ਨਾਲ ਦੋਸਤੀ ਪਾ ਲਓ, ਗੱਲ ਖਤਮ ਹੋ ਗਈ। ਕਿਤੇ ਇਹ ਨਾ ਸੋਚੋ ਕਿਤੇ ਰਾਕਟ ਸਾਇੰਸ ਹੈ, ਰੱਬ ਨੇ ਪਤਾ ਨਹੀਂ ਕਿੱਥੋਂ ਆਉਣਾ ਹੈ। ਤੁਸੀਂ ਸੱਚ ਨੂੰ ਫੜਨਾ ਸ਼ੁਰੂ ਕਰ ਦਿਓ ਬਸ। ਔਰ ਜਿੱਦਣ ਸੱਚ ਨੂੰ ਹੀ ਫੜਨਾ ਸ਼ੁਰੂ ਕਰਤਾ ਤੇ ਬ੍ਰਹਮ ਨੇ ਆਪਣੇ ਆਪ ਹੀ ਤੁਹਾਡੇ ਕੋਲ ਆ ਜਾਣਾ, ਕਿਸੇ ਕੋਲ ਪੁੱਛਣ ਦੀ ਲੋੜ ਨਹੀਂ। ਇੱਕ ਸਿੰਪਲ ਜੀ ਗੱਲ, ਕੋਈ ਪ੍ਰਮਾਤਮਾ ਕਿਤੇ ਵੱਖਰਾ ਨਹੀਂ ਬੈਠਾ। ਕਹਿੰਦਾ ਰੱਬ ਤੇਥੋਂ ਵੱਖ ਨਹੀਂ, ਤੇਰੀ ਵੇਖਣ ਵਾਲੀ ਅੱਖ ਨਹੀਂ।
ਹਰ ਵਕਤ ਰੱਬ ਸਾਨੂੰ ਦੇਖ ਰਿਹਾ ਔਰ ਸਾਡੇ ਕਰਮਾਂ ਨੂੰ ਦੇਖਦਾ ਹੈ। ਕਿਰਤ ਤੇ ਕਰਮ ਦੇ ਕਰਕੇ ਬੰਦਾ ਵਿਛੜ ਜਾਂਦਾ ਹੈ, ਤੇ ਜਦੋਂ ਕਿਰਤ ਤੇ ਕਰਮ ਸਹੀ ਹੋ ਜਾਂਦੇ ਆ ਤੇ ਬੰਦਾ ਬ੍ਰਹਮ 'ਚ ਆ ਜਾਂਦਾ ਹੈ। ਨਿੱਜਰ ਸਾਹਿਬ ਦੋ ਹੀ ਗੱਲਾਂ ਜੀ। ਬਿਲਕੁਲ ਬਿਲਕੁਲ। ਇਹ ਜ਼ਿਆਦਾ ਮਤਲਬ ਜੇ ਕਨਫਿਊਜ਼ਨ ਕ੍ਰੀਏਟ ਕਰਾਂਗੇ ਤੇ ਫਿਰ ਤੇ ਸੰਸਾਰ 'ਚ ਜਿੱਥੇ ਮਰਜ਼ੀ ਭੱਜੇ ਜਾਈਏ। ਆਖਰ ਤੇ ਗੱਲ ਮੁੱਕ ਜਾਣੀ ਆ, ਸਾਡਾ ਕਿਰਤ ਤੇ ਸਾਡੇ ਕਰਮ। ਤੁਸੀਂ ਕਿਹੜੀ ਕਿਰਤ ਕਰ ਰਹੇ ਜੋ? ਇੱਕ ਵਧੀਆ ਕਿਰਤ ਆ ਤੇ ਤੁਹਾਡੇ ਕਰਮ ਕਿੱਦਾਂ ਦੇ ਆ? ਕਹਿੰਦਾ ਨਾ ਕਿ ਮੈਂ ਉਹ ਬੰਦਾ ਬਹੁਤ ਕਿਰਤੀ ਹੈ, ਵਧੀਆ ਮਿਹਨਤ ਕਰਕੇ ਖਾ ਰਿਹਾ। ਕਿਰਤ ਵੀ ਬੜੀ ਕਿਸਮ ਦੀ ਹੈ, ਚੰਗੀ ਵੀ ਕਿਰਤ ਹੁੰਦੀ ਹੈ ਤੇ ਮਾੜੀ ਕਿਰਤ ਵੀ ਹੁੰਦੀ ਹੈ। ਜੇਕਰ ਸਾਡੇ ਕੋਲ ਆਪਣੀ ਰੋਟੀ ਜੋਗੇ ਪੈਸੇ ਨਹੀਂ ਇਕੱਠੇ ਹੋ ਰਹੇ ਤੇ ਫਿਰ ਸਾਨੂੰ ਆਪਣੇ ਆਪ ਤੇ ਸ਼ਰਮ ਆਉਣੀ ਚਾਹੀਦੀ ਹੈ। ਨਿੱਜਰ ਸਾਹਿਬ ਬਿਲਕੁਲ। 2 ਵਕਤ ਦੀਆਂ ਰੋਟੀਆਂ ਨਹੀਂ ਜੇ ਬੰਦਾ ਇਕੱਠੀਆਂ ਕਰ ਸਕੇ ਤੇ ਫਿਰ ਤੇ ਸਮਝ ਲਓ ਕਿ ਮਾੜੀ ਚੀਜ਼ ਹੈ ਨਾ। ਇੰਨਾ ਵੀ ਨਹੀਂ ਆਪਾਂ ਕਰ ਸਕਦੇ। ਹੱਥ ਪੈਰ ਦਿੱਤੇ, ਰੱਬ ਨੇ ਸਾਨੂੰ ਬੁੱਧੀ ਦਿੱਤੀ ਆ, ਇੰਨੇ ਸੋਰਸ ਹੈਗੇ ਆ, ਤੇ ਜੇ ਆਪਾਂ ਇਹ ਚੀਜ਼ ਦੇ ਲਈ ਮਾੜਾ ਜਿਹਾ ਰਸਤਾ ਅਪਣਾ ਲੈਂਦੇ ਆ ਤਾਂ ਕਿੱਡੀ ਕੁ ਵਧੀਆ ਗੱਲ, ਉਹ ਕੋਈ ਚੰਗੀ ਚੀਜ਼ ਨਹੀਂ। ਠੀਕ ਹੈ ਜੀ ਸਾਹਿਬ, ਅੱਗੇ ਚੱਲੀਏ। ਹਾਂਜੀ, ਮਹੱਲਾ ਪਹਿਲਾ, ਪਹਿਲੀ ਪਾਤਸ਼ਾਹੀ ਦਾ ਸ਼ਲੋਕ ਆ ਗਿਆ ਪਾਏ। ਸਿਦਕ ਸਬੂਰੀ ਸਾਧਕਾ ਸਬਰ ਤੋਸਾ ਮਲਾਇਕਾ ਦੀਦਾਰ ਪੂਰੇ ਪਾਇਸਾ ਥਾਉ ਨਾਹੀ ਖਾਇਕਾ। ਹੁਣ ਦੇਖ ਲਓ, ਛੋਟਾ ਜਿਹਾ ਸ਼ਲੋਕ ਆ। ਇਹਦੇ ਹੁਣ ਪੜ੍ਹਨ ਦੇ ਨਾਲ ਆਪਾਂ ਨੂੰ ਜਿਹੜਾ ਹੈਗਾ ਇਹਦੇ ਅੰਦਰ ਦਾ ਜਿਹੜਾ ਹੈਗਾ ਇਹਦੇ ਭੇਤ ਨਹੀਂ ਪਤਾ ਲੱਗਣੇ ਪਾਏ। ਇਹਦੇ ਵਾਸਤੇ ਜਿਹੜਾ ਹੈਗਾ ਆਪਾਂ ਨੂੰ ਇਹਦੇ ਵਾਸਤੇ ਜਿਹੜਾ ਸਮਾਂ ਲਾਉਣਾ ਪੈਣਾ ਇਹਦੇ ਉੱਤੇ। ਸਿਦਕ ਜਿਹੜਾ ਹੈਗਾ, ਸਿਦਕੀ ਬੰਦੇ ਜਿਹੜੇ ਹੁੰਦੇ ਆ ਉਹ ਸਬੂਰੀ ਹੁੰਦੀ ਆ ਉਹਨਾਂ ਦੇ ਕੋਲ। ਜਿਹੜੇ ਸਿਦਕੀ ਹੈਗੇ, ਜਿਹੜੇ ਸਿਦਕ ਹੈਗਾ ਜਿਨ੍ਹਾਂ ਦੇ ਕੋਲ, ਉਹ ਮਾਲਕ ਜੋ ਦਿੰਦਾ ਹੈ, ਮਾਲਕ ਦਾਤ ਉਹਦਾ ਸ਼ੁਕਰ ਕਰਦੇ ਆ। ਉਹ ਮਾਲਕ ਪਰਮਾਤਮਾ ਦਾ ਸ਼ੁਕਰ ਕਰਦੇ, ਉਹਨਾਂ ਨੂੰ ਮਾਲਕ ਤੇ ਭਰੋਸਾ ਹੁੰਦਾ ਉਹਦੀ ਦਾਤ ਤੇ, ਉਹ ਮਾਲਕ ਦੇ ਉੱਤੇ। ਸਾਧਿਕਾ ਜਿਹੜੇ ਹੈਗੇ, ਜਿਹੜੇ ਸਾਧਕ ਹੁੰਦੇ ਆ, ਸਿਦਕ ਵਾਲੇ ਬੰਦੇ ਹੁੰਦੇ ਆ, ਜਿਹੜੇ ਉਹਨਾਂ ਨੂੰ ਭਰੋਸਾ ਹੁੰਦਾ ਮਾਲਕ ਤੇ। ਸਾਧਿਕਾ ਲਿਖਿਆ, ਸਾਧਿਕਾ ਮਤਲਬ ਸਿਦਕ ਵਾਲੇ ਬੰਦੇ ਸਿਦਕੀ ਹੁੰਦੇ, ਮਾਲਕ ਤੇ ਭਰੋਸਾ ਹੁੰਦਾ, ਉਹਦਾ ਸ਼ੁਕਰ ਕਰਦੇ ਆ ਮਾਲਕ ਪਰਮਾਤਮਾ ਦਾ। ਸਬਰ ਤੋਸਾ ਮਲਾਇਕਾ, ਤੇ ਜਿਹੜੇ ਭਗਤ ਹੁੰਦੇ ਆ, ਫਕੀਰ ਹੁੰਦੇ ਆ, ਬੰਦਗੀ ਕਰਨ ਵਾਲੇ ਹੁੰਦੇ ਆ, ਉਹਨਾਂ ਨੂੰ ਸਬਰ ਹੁੰਦਾ ਹੈ ਭਾਈ। ਉਹ ਕਹਿੰਦੇ ਉਹਨਾਂ ਦੇ ਕੋਲ ਤਾਂ ਉਸ ਤੋਂ ਵੀ ਵੱਡਾ ਤੋਸਾ ਹੁੰਦਾ ਹੈ, ਉਹ ਸਬਰ ਹੁੰਦਾ ਹੈ ਉਹਨਾਂ ਦਾ, ਵੀ ਮਾਲਕ ਜਿਸ ਦੀ ਬੰਦਗੀ ਕਰ ਰਹੇ ਆ ਉਹ ਦੇਊਗਾ, ਉਹਦੇ ਤੇ ਪੂਰਾ ਉਹਨਾਂ ਨੂੰ ਜਿਹੜਾ ਹੈ ਸਬਰ ਹੈਗਾ ਉਸ ਮਾਲਕ ਦੇ ਉੱਤੇ, ਉਹ ਤੋਸਾ ਹੈ ਉਹਨਾਂ ਦੇ ਕੋਲ। ਸਿਦਕ ਸਬੂਰੀ ਸਾਧਿਕਾ ਸਬਰ ਤੋਸਾ ਮਲਾਇਕਾ ਦੀਦਾਰ ਪੂਰੇ ਪਾਇਸਾ ਥਾਉ ਨਾਹੀ ਖਾਇਕਾ। ਕਹਿੰਦੇ ਪੂਰੇ ਮਾਲਕ ਪਰਮਾਤਮਾ ਦਾ ਦੀਦਾਰ ਜਿਹੜਾ ਹੈਗਾ ਉਹ ਪ੍ਰਾਪਤ ਕਰ ਲੈਂਦੇ ਆ। ਉਹ ਆਪਣੀ ਆਤਮ ਦਰਸ਼ਨ ਜਿਹੜਾ ਹੈਗਾ ਉਹਨਾਂ ਨੂੰ ਹੋ ਜਾਂਦਾ ਹੈ। ਥਾਉ ਨਾਹੀ ਖਾਇਕਾ, ਉਹਦੇ ਵਾਸਤੇ ਜਿਹੜਾ ਹੈਗਾ ਖਾਇਕ ਜਿਹੜੇ ਹੈਗੇ ਸਿਰਫ ਜਿਹੜੇ ਹੈਗੇ ਆ ਖਾਲੀ ਚਰਚਾ, ਗਿਆਨ ਚਰਚਾ ਜਿਹੜੀ ਆ ਮੂੰਹ ਦੇ ਨਾਲ ਜਿਹੜਾ ਹੈਗਾ ਗੱਲਾਂ ਬਾਤਾਂ ਜਿਹੜੀਆਂ ਹੈਗੀਆਂ ਖਾਲੀ ਜਿਹੜਾ ਹੈਗਾ ਉਹਨਾਂ ਦੇ ਵਾਸਤੇ ਕੋਈ ਜਗ੍ਹਾ ਨਹੀਂ ਹੈ ਭਾਈ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਸਾਧ ਸੰਗਤ ਜੀ, ਦੇਖੋ ਆਪ ਪਲੀਜ਼ ਇੱਕ ਚੀਜ਼ ਨੂੰ ਸਮਝੋ। ਪਹਿਲਾਂ ਕਿਹਾ ਸਿਦਕ, ਫਿਰ ਸਬੂਰੀ ਆ, ਫਿਰ ਸਾਧਕ। ਸਾਧਕ ਦਾ ਮਤਲਬ ਸਾਧਕ। ਹਾਂਜੀ, ਸਾਧਕ ਦਾ ਮਤਲਬ ਹੁੰਦਾ ਹੈ ਜਿਹੜਾ ਸਿਦਕ ਵਾਲਾ ਬੰਦਾ, ਸਮਝ ਲਓ ਸਿਦਕੀਆਂ ਕੋਲ ਸਿਦਕੀ ਬੰਦੇ ਹੁੰਦੇ ਜਿਹੜੇ। ਹਾਂਜੀ ਵੀਰ ਜੀ, ਇਹ ਸਾਧਕ ਨਹੀਂ ਹੈ, ਸਿਦਕੀ। ਹਾਂਜੀ ਹਾਂਜੀ, ਸਬੂਰੀ ਸਾਧਿਕਾ। ਹਾਂ, ਹੁਣ ਸਾਧਿਕਾ ਦਾ ਮਤਲਬ ਹੈਗਾ ਕਿ ਜਿਹੜਾ ਸਿਦਕ 'ਚ ਰਹਿੰਦਾ। ਠੀਕ ਹੈ ਜੀ, ਬਿਲਕੁਲ। ਹੁਣ ਸਿਦਕ ਦੇ ਵਿੱਚ ਰਹਿਣਾ ਕਾਫੀ ਔਖਾ ਕੰਮ ਹੈ। ਬਿਲਕੁਲ, ਸਿਦਕ ਦੇ ਵਿੱਚ ਜਿਹੜਾ ਹੈਗਾ ਉਹ ਫਿਰ ਜਿਹੜਾ ਹੈਗਾ ਸਬਰ ਰਹੇਗਾ, ਉਹਨੂੰ ਸ਼ੁਕਰੀਆ ਕਰੇਗਾ ਆਪਣਾ ਮਾਲਕ ਦੇ ਉੱਤੇ ਜਿਹੜਾ ਹੈਗਾ, ਉਹਨੂੰ ਜਿਹੜਾ ਹੈਗਾ ਪੂਰਾ ਜੋ ਉਹਨੇ ਦਿੱਤੀ ਆ ਦਾਤ ਉਹਦਾ ਸ਼ੁਕਰ ਕਰਦਾ ਰਹੇਗਾ। ਹਾਂਜੀ ਵੀਰ ਜੀ। ਹਾਂ, ਉਹ ਕਹਿੰਦੇ ਕਿ ਜੋ ਤੁਹਾਡੀ ਥਾਲੀ 'ਚ ਪਿਆ ਉਹਨੂੰ ਗ੍ਰਹਿਣ ਕਰੋ। ਇਹੋ ਬੰਦੇ, ਸਿਦਕੀ ਬੰਦੇ ਦੀ ਇਹ ਨਿਸ਼ਾਨੀ ਹੈ। ਤੇ ਜਿਹੜਾ ਵਿਚਾਰਾ ਉਹ ਪੰਗਤ ਝੁੱਟ ਕੇ ਫਿਰ ਅੱਗੇ ਬਹਿੰਦਾ, ਕਿਤੇ ਉਧਰ ਭੱਜਦਾ, ਕਿਤੇ ਵਰਤਾਵੇ ਦੇ ਪਿੱਛੇ ਕੜਛੀ ਨੂੰ ਹੱਥ ਮਾਰੀ ਜਾਂਦਾ ਹੈ, ਬਾਬਾ ਜੀ ਮੈਨੂੰ ਦੇ ਦਿਓ, ਬਾਬਾ ਜੀ। ਉਹ ਕਹਿੰਦਾ ਭਰਾ ਸਿਦਕ 'ਚ ਰਹਿ, ਜੋ ਤੈਨੂੰ ਤੇਰੀ ਥਾਲੀ 'ਚ ਜੋ ਤੈਨੂੰ ਆ ਰਿਹਾ ਤੈਨੂੰ ਉੱਥੇ ਪਹੁੰਚੇਗਾ। ਬਿਲਕੁਲ। ਤੇ ਸਿਦਕ ਦਾ ਮਤਲਬ ਹੈ ਜੀਵਨ ਦੇ ਵਿੱਚ ਆਪਣੇ ਸਿਦਕ ਹੋਣਾ ਬੜਾ ਜ਼ਰੂਰੀ ਆ। ਪਰ ਜਦੋਂ ਆਪਣੀ ਜ਼ਿੰਦਗੀ 'ਚ ਥੋੜਾ ਦੁੱਖ ਆਉਂਦਾ ਤੇ ਆਪਾਂ ਚੀਕਾਂ ਮਾਰਦੇ ਆ, ਤੇ ਜਦੋਂ ਆਪਣੀ ਜ਼ਿੰਦਗੀ ਸੁੱਖ ਆਉਂਦਾ ਕਿਤੇ ਕਿਹਾ ਰੱਬ ਨੂੰ ਕਿ ਮੈਨੂੰ ਸੁੱਖ ਮਿਲਿਆ? ਕਿਤੇ ਕਹਿੰਦੇ ਆਪਾਂ ਨਹੀਂ। ਬੰਦਾ ਬਹੁਤ ਨਸ਼ੁਕਰੀਆ ਵਾ, ਬੰਦਾ ਕਿਤੇ ਵੀ ਪ੍ਰਮਾਤਮਾ ਦਾ ਸ਼ੁਕਰ ਨਹੀਂ ਕਰਦਾ ਕਿ ਮੇਰੇ ਪਿਤਾ ਮੈਨੂੰ ਇੰਨਾ ਸੁੱਖ ਦਿੱਤਾ ਹੈ, ਮੈਨੂੰ ਤੰਦਰੁਸਤੀ ਦਿੱਤੀ ਆ,
ਹਾਂ ਜਦੋਂ ਢਿੱਡ 'ਚ ਪੀੜ ਹੁੰਦੀ ਆ ਫਿਰ ਸਾਰੇ ਦੇਵੀ ਦੇਵਤਿਆਂ ਨੂੰ ਮੱਥਾ ਟੇਕਦਾ ਕਿ ਬਿਲਕੁਲ ਇੱਥੇ ਫਲਾਨੀ ਤੇ ਮੈਂ ਦਾਲ ਚੜਾਉਂ, ਮੈਂ ਕਾਲਾ ਕੱਪੜਾ ਚੜਾਉਂ, ਕੋਈ ਕੁੱਕੜ ਕੱਕੜ ਦੀ ਲੋੜੇ ਤੋਂ ਵੀ ਚੜਾਉਂ, ਧਾਗਾ ਧੋਆ ਕਿਤੇ ਬੰਨਣ ਤੇ ਮੈਂ ਬੰਨ ਦਿੰਦਾ। ਪਰ ਜਦੋਂ ਬੰਦਾ ਸੁਖੀ ਹੁੰਦਾ ਕਿਤੇ ਇਹਨੂੰ ਰੱਬ ਦੀ ਯਾਦ ਨਹੀਂ ਆਉਂਦੀ। ਇਸੇ ਲਈ ਬਾਣੀ ਕਹਿੰਦੀ ਹੈ ਦੁੱਖ ਦਾਰੂ ਤੇ ਸੁੱਖ ਰੋਗ ਪਿਆ। ਸੁੱਖ ਜਿਹੜਾ ਰੋਗੀ ਆ ਉਹ ਬੰਦੇ ਨੂੰ ਰੱਬ ਤੋਂ ਬਹੁਤ ਦੂਰ ਲੈ ਜਾਂਦਾ, ਤੇ ਜਦੋਂ ਬੰਦਾ ਬਿਮਾਰ ਹੁੰਦਾ ਨਾ ਫਿਰ ਉਹ ਰੱਬ ਦੇ ਬਹੁਤ ਕਰੀਬ ਆਉਂਦਾ। ਬਾਣੀ 'ਚ ਇੱਕ ਵਾਰੀ ਪਹਿਲਾਂ ਵੀ ਆਇਆ ਸੀ ਕਿ ਜਦੋਂ ਤੂੰ ਦੁਖੀ ਹੁੰਦਾ ਤੈਨੂੰ ਉਦੋਂ ਹੀ ਕਿਉਂ ਰੱਬ ਚੇਤੇ ਆਉਂਦਾ, ਤੈਨੂੰ ਸੁੱਖ 'ਚ ਰੱਬ ਕਿਉਂ ਨਹੀਂ ਚੇਤੇ ਆਉਂਦਾ? ਪਰ ਉਦੋਂ ਉਹਨੂੰ ਨਹੀਂ ਚੇਤੇ ਆਉਂਦਾ ਬੰਦੇ ਨੂੰ, ਕਿਸੇ ਵੀ ਬੰਦੇ ਨੂੰ। ਠੀਕ ਹੈ ਜੀ, ਹੋ ਸਕਦਾ ਮੈਨੂੰ ਵੀ ਨਾ ਚੇਤਾ ਆਉਂਦਾ ਹੋਵੇ। ਹਾਂ ਜਦੋਂ ਦੁੱਖ ਆ ਜਾਂਦਾ ਉਦੋਂ ਮੈਂ ਵੀ ਰੱਬ ਕੋਲ ਅਰਦਾਸ ਕਰਦਾ ਹਾਂ। ਇਹ ਸੱਚ ਹੋ ਸਕਦਾ, ਇਹ ਬਿਲਕੁਲ ਸੱਚ ਆ। ਤੇ ਇੱਥੇ ਕਹਿੰਦੇ ਨੇ ਸਬਰ ਤੋਂ ਸਬਰ ਦਾ ਤੋਸਾ, ਤੋਸੇ ਦਾ ਮਤਲਬ ਹੈਗਾ ਰੋਟੀ। ਠੀਕ ਹੈ ਜੀ, ਵਧੀਆ ਰੋਟੀ। ਤੇ ਤੋਸਾ ਜਦੋਂ ਕਹਿੰਦੇ ਨਾ ਕਿ ਇਹਨੂੰ ਤੋਸਾ ਦੇ ਦੋ, ਤੇ ਤੋਸਾ ਜਿਹੜਾ ਵਾ ਉਹ ਬੰਦੇ ਨੂੰ ਜਿਹੜੀ ਖੁਰਾਕ ਆ ਉਹ ਸਬਰ ਦਾ ਹੋਣੀ ਚਾਹੀਦੀ ਹੈ। ਜਿਹੜੇ ਮਲਾਇਕਾ ਮਤਲਬ ਜਿਹੜੇ ਹੈਗੇ ਜਿਹੜੇ ਭਗਤ ਹੁੰਦੇ ਆ, ਜਿਹੜੇ ਬੰਦਗੀ ਕਰਦੇ ਆ, ਜਿਹੜੇ ਫਕੀਰ ਹੁੰਦੇ ਆ, ਜਿਹੜੇ ਪਰਮੇਸ਼ਰ ਦੇ ਰਾਹ ਤੇ ਚੱਲਦੇ ਆ, ਉਹਨਾਂ ਦੇ ਕੋਲ ਕਹਿੰਦੇ ਆਹ ਤੋਸਾ ਸਬਰ ਦਾ ਹੁੰਦਾ ਭਾਈ। ਉਹ ਮਾਲਕ ਤੇ ਭਰੋਸਾ ਹੈ। ਹਾਂ ਬੈਠੇ ਦੇ ਦਰ ਤੇ ਮੰਗਤੇ ਮੰਗੂ ਬੈਠੇ ਆ ਬਸ ਬਈ ਦਰ ਤੇ ਜਿਹੜਾ ਹੈਗਾ ਹਮ ਕੂਕਰ ਤੇਰੇ ਦਰਬਾਰ ਭੌਂਕੇ ਆਗੇ ਬਦਨ ਪਸਾਰ। ਬੈਠੇ ਦਰ ਦੇ ਉੱਤੇ ਮਾਲਕ ਆਪੇ ਦੇਗਾ। ਹਾਂਜੀ ਗੁਰੂ ਸਾਹਿਬ। ਹਾਂਜੀ ਸਬਰ ਤੇ ਸੰਤੋਖ। ਠੀਕ ਹੈ ਜੀ, ਅੱਗੇ ਚਲੀ ਨਿਜਰ ਸਾਹਿਬ। ਦੀਦਾਰ ਪੂਰੇ ਪਾਇਸਾਂ ਥਾਂ ਨਾ ਹੀ ਖਾਏ ਕਹਾਂ। ਪੂਰੇ ਦਾ ਦੀਦਾਰ ਮੇ ਹੋ ਜਾਂਦਾ ਹੈ ਉਹਨਾਂ ਨੂੰ। ਫਿਰ ਜਿਹੜੇ ਸਬਰ ਹੁੰਦਾ ਹੈ ਜਿਨ੍ਹਾਂ ਨੂੰ, ਉਹ ਪੂਰੇ ਮਾਲਕ ਪਰਮਾਤਮਾ ਤੇ ਭਰੋਸਾ ਹੁੰਦਾ ਉਹਨਾਂ ਨੂੰ, ਤੇ ਦਰ ਖੁੱਲ ਜਾਂਦਾ। ਫਿਰ ਮਾਲਕ ਪਰਮਾਤਮਾ ਦਾ ਬੰਦਗੀ ਕਰੀ ਜਾਂਦੇ ਆ। ਤੇ ਜਿਹੜੇ ਪਰ ਖਾਲੀ ਮੇਰੇ ਵਰਗੇ ਗੱਲਾਂ ਹੀ ਕਰਨ ਵਾਲੇ ਆ ਉਹਨਾਂ ਨੂੰ ਭਾਈ ਕੁਛ ਨਹੀਂ ਹੁੰਦਾ। ਭਾਈ ਥਾਂ ਨਾ ਹੀ ਖਾਏ ਕਹਾਂ, ਉਹਨਾਂ ਦੇ ਵਾਸਤੇ ਕੋਈ ਜਗ੍ਹਾ ਨਹੀਂ ਉੱਥੇ। ਹਾਂਜੀ ਵੈਸੇ ਸਾਧ ਸੰਗਤ ਜੀ ਇਹ ਜਿਹੜੀ ਅਵਸਥਾ ਹੈ ਇਹ ਆਮ ਬੰਦੇ ਦੀ ਵਾਦੀ ਗੱਲ ਨਹੀਂ ਜੀ। ਇਹ ਜਿਹੜਾ ਸੰਤੋਖ ਹੈ ਨਾ, ਇਹ ਜਿਹੜਾ ਸਿਦਕ ਆ, ਇਹ ਜਿਹੜਾ ਸਬਰ ਆ, ਇਹ ਜਿਹੜਾ ਤੋਸਾ ਹੈ, ਇਹ ਭਾਜੀ ਭਗਤੀ ਤੋਂ ਬਿਨਾਂ ਤੁਹਾਨੂੰ ਨਹੀਂ ਮਿਲੇਗਾ। ਮੁਸ਼ਕਲ ਹੈ, ਇਟ ਇਜ਼ ਨਾਟ ਪੋਸੀਬਲ। ਤੁਸੀਂ ਭਗਤੀ ਕਰੋਗੇ ਤੁਹਾਡੇ ਜੀਵਨ 'ਚ ਆਪਣੇ ਆਪ ਹੀ ਆ ਜਾਏਗੀ ਇਹ ਚੀਜ਼। ਇਹ ਫ੍ਰੀ ਨਹੀਂ ਹੈ। ਇਹਦੀ ਨਿਜਰ ਸਾਹਿਬ ਇਹਦੀ ਸਬਰ ਜਿਹੜਾ ਨਾ, ਦੇਖੋ ਜਦੋਂ ਤੁਹਾਡੀ ਸੁਰਤੀ 10ਵੀਂ ਆਕਾਸ਼ 'ਚ ਚੜ ਜਾਂਦੀ ਆ, ਆਤਮਾ ਤੱਤ 'ਚ ਲੀਨ ਹੋ ਜਾਂਦੀ ਹੈ ਨਿਜਰ ਸਾਹਿਬ, ਉਦੋਂ ਹੀ ਬੰਦੇ ਦੇ ਅੰਦਰ ਨਾ ਵਿਰਾਗ ਪੈਦਾ ਹੁੰਦਾ। ਔਰ ਜਿੰਨਾ ਚਿਰ ਤੱਕ ਜੀਵਨ 'ਚ ਵਿਰਾਗ ਨਹੀਂ ਨਾ ਪੈਦਾ ਹੁੰਦਾ ਉਹਨਾਂ ਚਿਰ ਤੱਕ ਨਿਜਰ ਸਾਹਿਬ ਸਬਰ ਨਹੀਂ ਹੋਣਾ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਸਬਰ ਨਾ ਤੁਹਾਡੇ ਅੰਦਰ ਦੀ ਅਵਸਥਾ ਹੈ। ਸੱਤ ਸੰਤੋਖ ਇੱਕ ਨਿਜਰ ਸਾਹਿਬ ਤੁਕ ਆਉਂਦੀ ਨਾ, ਵਿਚਾਰ ਏਦਾਂ ਦੀ ਤੁਕ ਆਉਂਦੀ। ਸੱਤ ਸੰਤੋਖ ਤੇ ਵਿਚਾਰ ਏਦਾਂ ਦੀ, ਚਲੋ ਕੋਈ ਗੱਲ ਨਹੀਂ, ਤੁਕ ਆਉਂਦੀ ਹੈ। ਤੇ ਸੱਤ ਤੇ ਹਾਂਜੀ ਇੱਕ ਆਉਂਦੀ, ਉਹ ਤਾਂ ਆਉਂਦਾ ਦਇਆ ਤੌਲ ਧਰਮ ਦਇਆ ਕਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ। ਸੰਤੋਖ ਦੇ ਨਾਲ ਨਿਜਰ ਸਾਹਿਬ ਉਹ ਨਹੀਂ, ਨਿਜਰ ਸਾਹਿਬ ਉਹ ਨਹੀਂ। ਸੱਤ ਸੰਤੋਖ ਵਿਚਾਰ ਏਦਾਂ ਦੀ ਤੁਕ ਆਉਂਦੀ। ਥਾਲ ਵਿੱਚ 3 ਵਸਤੂ ਪਈ ਉਹ ਸੱਤ ਸੰਤੋਖ ਵਿਚਾਰੋ। ਹਾਂ ਠੀਕ ਹੈ। ਥਾਲ ਦੇ ਵਿੱਚ 3 ਵਸਤੂਆਂ ਵਾ ਮਹਿੰਗੀਆਂ। ਨਹੀਂ ਸੰਤੋਖ ਨਹੀਂ ਵੀਰ ਜੀ ਨਹੀਂ, ਇੱਥੇ ਫਿਰ ਇਹ ਗਲਤ ਹੋ ਗਿਆ। ਇਹਨਾਂ ਨੇ ਜਿਹੜੀ ਤੁਕ ਦਿੱਤੀ ਆ ਇਹਦੇ ਵਿੱਚ ਥਾਲ ਵਿੱਚ 3 ਵਸਤੂ ਪਈ, ਉਹਨੇ ਮਾਲਕ ਨੇ ਵਸਤੂ ਪਾਈ ਆ। ਵਸਤੂ ਇੱਕੋ ਹੀ ਹੈ ਗੋਰਖੀ ਸਾਹਿਬ। ਥਾਲ ਵਿੱਚ 3 ਵਸਤੂ ਪਈ, ਸੱਤ ਸੰਤੋਖ ਵਿਚਾਰੋ। ਕਹਿੰਦੇ ਸੱਤ ਦੇ ਨਾਲ, ਸੰਤੋਖ ਦੇ ਨਾਲ ਵਿਚਾਰ ਕਰ ਵੀ ਤੇਰੇ ਜੀਵਨ ਦੇ ਵਿੱਚ, ਤੇਰੀ ਥਾਲ ਦੇ ਵਿੱਚ ਅੰਮ੍ਰਿਤ ਪਿਆ। ਅੰਮ੍ਰਿਤ ਨਾਮ ਠਾਕੁਰ ਕਾ ਪਿਓ ਜਿਸ ਕਾ ਸਭ ਸਾਧਾਰੋ। ਫਿਰ ਇਹ ਚੌਥੀ ਵਸਤੂ ਕਿਵੇਂ ਆ ਗਈ ਜੇ ਉੱਪਰ 3 ਵਸਤੂਆਂ ਹੈਗੀਆਂ? ਤੇ ਵਸਤੂ ਇੱਕੋ ਹੈ ਆਪਣੇ ਅੰਦਰ, ਨਾਮ ਆ। ਨਾਮ ਨੂੰ ਪ੍ਰਗਟ ਕਰਨਾ ਹੈ ਆਪਾਂ ਨੇ। ਨਾਮ ਪਦਾਰਥ ਹੈਗਾ, ਉਹਦੇ ਵਾਸਤੇ ਕੰਡੀਸ਼ਨ ਹੈਗੀ ਇਹ ਭਾਈ ਤੇਰੇ ਮਾਲਕ ਨੇ ਆ ਪਾਈ ਇਹ ਚੀਜ਼, ਤੇ ਇਹਦਾ ਟਾਰਗੇਟ ਇੱਥੇ ਸਵਾਸ ਲਗਾ ਔਰ ਆਪਣੀ ਜਿਹੜੀ ਪ੍ਰਾਣ ਸ਼ਕਤੀ ਜਿਹੜੀ ਹੈ ਉੱਪਰ ਨੂੰ ਲੈ ਕੇ ਜਾ ਪਾਏ। ਹਾਂਜੀ ਗੁਰਕੀ ਸਾਹਿਬ। ਠੀਕ ਹੈ ਜੀ। ਅੱਜ ਫੇਰ ਕਥਾ ਤੇ ਵਾਪਸ ਆ ਜਾਂਦੇ ਆ। ਕੁਝ ਨਹੀਂ, ਸੰਤੋਖ ਦਾ ਫੇਰ ਕੋਈ ਡੈਫੀਨੇਸ਼ਨ ਲੱਭ ਲੈਂਦੇ ਆ ਕਿਉਂਕਿ ਕਈ ਵਾਰੀ ਮਨ 'ਚ ਚੀਜ਼ ਨਹੀਂ ਆਉਂਦੀ। ਠੀਕ ਹੈ ਜੀ। ਸੰਤੋਖ ਜਿਹੜਾ ਹੈ ਇਹ ਭਗਤੀ ਦੇ ਨਾਲ ਮਿਲਣਾ ਹੈ। ਏਦਾਂ ਨਹੀਂ ਸੰਤੋਖ ਕੀਤਾ। ਏਦਾਂ ਤੁਸੀਂ ਕਹੋਗੇ ਜੋ ਰੱਬ ਨੇ ਦਿੱਤਾ ਹੈ ਬਹੁਤ ਵਧੀਆ ਹੈ, ਤੁਹਾਡੇ ਕਹਿਣ ਦੇ ਨਾਲ ਤੁਹਾਡਾ ਮਨ ਮੰਨ ਜੂਗਾ? ਨਹੀਂ ਮੰਨੇਗਾ ਉਹ। ਤੁਸੀਂ ਕਹਿ ਦੋ ਕਿ ਹਾਂ ਬਈ ਆੜੀ ਤਨਖਾਹ ਮਿਲੀ ਆ, ਬਹੁਤ ਤੈਨੂੰ ਇਹ 'ਚ ਸ਼ੁਕਰ ਕਰਨਾ ਚਾਹੀਦਾ ਹੈ, ਤੈਨੂੰ ਇਹ 'ਚ ਖੁਸ਼ ਰਹਿਣਾ ਚਾਹੀਦਾ ਹੈ, ਇਹ ਗੱਲ ਕਹਿਣ ਦੇ ਨਾਲ ਮਨ ਮੰਨਦਾ ਹੈ? ਨਹੀਂ ਮੰਨੇਗਾ ਉਹ। ਉਹਨੇ ਨਹੀਂ। ਤੁਸੀਂ ਕਹਿ ਕੇ ਵੇਖੋ ਉਹਨੂੰ, ਤੁਸੀਂ ਇਹਨੂੰ ਕਹੋ ਕਿ ਅੱਜ 4 ਰੋਟੀਆਂ ਮਿਲਦੀਆਂ ਸੀ, ਅੱਜ 1 ਰੋਟੀ ਖਾ ਕੇ ਸ਼ਾਂਤੀ ਨਾਲ ਬਹਿ ਜਾ, ਸਬਰ ਦੇ ਨਾਲ ਬਹਿ ਜਾ, ਉਹ ਬਹਿੰਦਾ? ਕੁੱਤਾ ਬਹਿ ਜਾਊਗਾ।
ਤੁਸੀਂ ਕੁੱਤੇ ਨੂੰ 1 ਰੋਟੀ ਪਾ ਦਿਓ, 3 ਪਾਉਂਦੇ ਸੀ ਉਹਨੂੰ 1 ਦੇ ਦਿਓ, ਉਹ ਸਬਰ ਨਾਲ ਬੈਠ ਕੇ ਖਾ ਕੇ 1 ਵੀ ਬੈਠਾ ਰਹੇਗਾ। ਨਹੀਂ ਵੀ ਪਾਓਗੇ ਤਾਂ ਵੀ ਸਬਰ ਨਾਲ ਬੈਠਾ ਹੈ, ਪਰ ਬੰਦਾ ਏਦਾਂ ਨਹੀਂ ਕਰੇਗਾ। ਤੁਸੀਂ ਆਪਣੇ ਘਰਦਿਆਂ ਨੂੰ 3 ਰੋਟੀਆਂ ਦਿੰਦੇ ਸੀ, ਉਹਨਾਂ ਨੂੰ ਕਹੋ ਵੀ ਅੱਜ 1 ਹੀ ਮਿਲਣੀ ਆ, ਤੁਸੀਂ ਇਹਦੀ ਸ਼ਕਲ ਵੇਖੋ ਬੰਦੇ ਦੀ, ਨਹੀਂ ਉਹਨੂੰ ਸਬਰ। ਤੁਸੀਂ ਇਹਨੂੰ ਕਹੋ ਕਿ ਜਿਹੜੀ ਦੁਪਹਿਰ ਦੀ ਸਬਜ਼ੀ ਸੀ ਇਹ ਸਵੇਰ ਦੀ ਸੀ, ਸਵੇਰੇ ਵੀ ਖਾਧੀ ਹੈ, ਦੁਪਹਿਰੇ ਵੀ ਖਾਧੀ, ਹੁਣ ਰਾਤ ਨੂੰ ਖਾ ਲਾ, ਉਹਦੀ ਸ਼ਕਲ ਵੇਖੋ ਤੁਸੀਂ, ਮੁਸ਼ਕਿਲ ਹੋਈ ਨਹੀਂ ਉਹਨੂੰ। ਬਿਲਕੁਲ, ਕਿਉਂਕਿ ਸੰਤੋਖ ਬੜਾ ਔਖਾ ਹੈ। ਠੀਕ ਹੈ, ਆਪਾਂ ਅੱਗੇ ਚੱਲਦੇ ਨੇ ਜੱਜ ਸਾਹਿਬ, ਅੱਗੇ ਚੱਲੀਏ। ਹਾਂਜੀ ਹਾਂਜੀ ਹਾਂਜੀ। ਤੇ ਇਹਦੇ ਵਿੱਚ ਇੱਕ ਗੱਲ ਹੋਰ ਨੁਕਤੇ ਦੀ ਹੈ ਵੀ ਦੀਦਾਰ ਪੂਰੇ ਪਾਇਸਾਂ ਥਾਉ ਨਾਹੀਂ ਖਾਇਕਾਂ, ਤੇ ਜਿਹੜਾ ਖਾਇਕ ਜਿਹੜੇ ਹੈਗੇ ਉਹਨਾਂ ਦੇ ਵਾਸਤੇ ਭਾਈ ਦੇਖ ਲਓ ਇਹ ਚੱਲਣਾ ਪੈਣਾ ਹੈ ਭਾਈ, ਇਹ ਉਸ ਮਾਲਕ ਪਰਮਾਤਮਾ ਦਾ ਇਹ ਬੰਦਗੀ ਦੇ ਉੱਤੇ ਖਾਲੀ ਨਿਰੀਆਂ ਗੱਲਾਂ ਦੇ ਨਾਲ ਗੱਲ ਨਹੀਂ ਬਣਨ ਵਾਲੀ ਭਾਈ, ਇਹ ਚੀਜ਼ਾਂ ਆਉਣੀਆਂ ਨਹੀਂ ਹੈਗੀਆਂ। ਪੌੜੀ ਇਹ ਜਿਹੜੀਆਂ ਚੀਜ਼ਾਂ ਸਾਧ ਸੰਗਤ ਜੀ, ਜਿਹੜੀਆਂ ਚੀਜ਼ਾਂ ਨਾ ਦੇਖੋ ਜੇ ਤੁਸੀਂ ਪ੍ਰੈਕਟੀਕਲ ਚੱਲੇ ਨਾ ਇਹ ਆਪਣੇ ਆਪ ਹੀ ਤੁਹਾਡੇ ਜੀਵਨ ਚ ਆਉਣੀਆਂ। ਇਹ ਪਹਿਲਾਂ ਵੀ ਆਪ ਜੀ ਨਾਲ ਗੱਲ ਕੀਤੀ, ਦੂਜੀ ਲਾਈਨ ਚ ਇਹ ਤਸਦੀਕ ਕੀਤਾ ਉਹਨਾਂ ਨੇ, ਖਾਸ ਕਰਕੇ ਨਿਜਰ ਸਾਹਿਬ ਪਲੀਜ਼ ਅੰਡਰਸਟੈਂਡ ਕਰੋ। ਬਿਲਕੁਲ ਸਹੀ ਗੱਲ ਹੈ ਗੋਰਖੀ ਸਾਹਿਬ, ਬਿਲਕੁਲ ਸਹੀ ਗੱਲ ਹੈ ਤੁਹਾਡੀ। ਇਹ ਕੇਵਲ ਗੱਲਾਂ ਦਾ ਕੜਾ ਨਹੀਂ ਬਣੇਗਾ, ਤੁਹਾਨੂੰ ਪ੍ਰੈਕਟੀਕਲੀ ਉਹ ਸਮਾਨ ਲਿਆਉਣਾ ਪੈਣਾ। ਬਿਲਕੁਲ, ਔਰ ਫੈਸਲਾ ਜਿਹੜਾ ਹੈ ਗੋਰਖੀ ਸਾਹਿਬ ਪੌੜੀ ਦੇ ਵਿੱਚ ਆ ਜਾਣਾ ਆ। ਇਹ ਸ਼ਲੋਕ ਪੌੜੀ ਦੇ ਵਾਸਤੇ ਲਾਏ ਆ, ਆਪਾਂ ਪੌੜੀ ਵਿਚਾਰ ਲਈ। ਹਾਂਜੀ ਹਾਂ, ਪੌੜੀ ਦੇਖੋ, ਪੌੜੀ ਪੂਰੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਦੇਗੀ ਆਪਣੇ ਸਾਰਾ ਜਿਹੜਾ ਹੈਗਾ ਆਪਾਂ ਨੂੰ ਜਿਹੜੇ ਹੈਗੇ ਬਿਲਕੁਲ, ਕਿਉਂਕਿ ਉਹਦੇ ਵਾਸਤੇ ਸ਼ਲੋਕ ਲੱਗੇ ਸੀਗੇ। ਹੁਣ ਪੌੜੀ ਕੀ ਕਹਿ ਰਹੀ ਹੈ? ਪੌੜੀ, ਇਹ ਪੌੜੀ ਤੇ ਉੱਪਰ ਚੜ੍ਹਨਾ ਹੈ, ਪੌੜੀ ਦਾ ਮਤਲਬ ਹੈ ਉੱਪਰ ਚੜ੍ਹਨ ਵਾਲੀ ਗੱਲ ਹੈ ਇਹਦੇ ਵਿੱਚ। ਸਭ ਆਪੇ ਤੁਧ ਉਪਾਏ ਕੇ ਆਪ ਕਾਰੇ ਲਾਈ, ਕਹਿੰਦੇ ਸਾਰੀ ਸ੍ਰਿਸ਼ਟੀ ਤੈਨੂੰ ਪੈਦਾ ਕੀਤੀ ਆ, ਔਰ ਸਾਰੇ ਜੋ ਵੀ ਕਾਰ ਕਰ ਰਹੇ ਮਾਇਆ ਦੀ ਕਾਰ ਔਰ ਜਿਹੜੇ ਹੈਗੇ ਆ ਮਾਲਕ ਪਰਮਾਤਮਾ ਦੇ ਭਗਤੀ ਵਾਲੀ ਕਾਰ, ਲਿਵ ਵਾਲੀ ਜਿਹੜੀ ਬੰਦਗੀ, ਇਹ ਕਾਰ ਜਿਹੜੀ ਹੈਗੀ ਸੱਚੀ ਕਾਰ, ਇਹ ਜਿਹੜੀ ਆ ਇਹ ਸਾਰਾ ਤੇਰਾ ਪ੍ਰੋਵੀਜ਼ਨ ਹੈ ਮਾਲਕਾ, ਤੇਰੀ ਖੇਡ ਹੈਗੀ ਆ। ਸਭ ਆਪੇ ਤੁਧ ਉਪਾਏ ਕੇ ਪੈਦਾ ਕਰਕੇ ਆਪ ਕਾਰੇ ਲਾਈ, ਆਪ ਸਾਰੀ ਸ੍ਰਿਸ਼ਟੀ ਕਾਰ ਤੇ ਲਾਈ ਹੋਈ ਆ। ਤੂੰ ਆਪੇ ਵੇਖ ਵਿਕਸਤਾ ਆਪਣੀ ਵਡਿਆਈ, ਇੰਨੀ ਸ੍ਰਿਸ਼ਟੀ ਬਣਾਉਣੀ, ਇੰਨੇ ਜੀਵ ਪੈਦਾ ਕਰਨੇ, ਇੰਨਾ ਰਿਜ਼ਕ ਦੇਣਾ, ਇੰਨੀ ਕਾਰ ਦੇਣੀ। ਵਾਹ ਮਾਲਕਾ ਵਾਹ, ਕਮਾ ਲਿਆ। ਤੂੰ ਖੁਸ਼ ਆ ਆਪਣੀ ਵਡਿਆਈ ਦੇਖ ਕੇ, ਆਪਣੀ ਕਾਰ ਦੇਖ ਕੇ। ਹਰ ਤੁਦੋਂ ਬਾਹਰ ਕਿਛ ਨਹੀਂ, ਤੂੰ ਸੱਚਾ ਸਾਈਂ, ਮਾਲਕਾ ਤੇਰੇ ਤੋਂ ਬਾਹਰ ਕੋਈ ਨਹੀਂ ਹੈਗਾ, ਤੂੰ ਸੱਚਾ ਹੈਗਾ, ਹਮੇਸ਼ਾ ਰਹਿਣ ਵਾਲਾ ਹੈ, ਔਰ ਤੂੰ ਮਾਲਕ ਹੈਗਾ ਮਾਲਕਾ, ਤੂੰ ਮਾਲਕ ਹੈ, ਤੂੰ ਸਾਰਾ ਕੁਝ ਦੇਣ ਵਾਲਾ ਹੈ, ਸਾਰਿਆਂ ਨੂੰ ਦੇਖਣ ਵਾਲਾ ਹੈਗਾ ਆ। ਤੂੰ ਆਪੇ ਆਪ ਵਰਤਦਾ ਸਭਨੀ ਹੀ ਥਾਈਂ, ਹਰ ਜਗ੍ਹਾ ਤੇ, ਹਰੇਕ ਦੇ ਅੰਦਰ, ਹਰ ਜਗ੍ਹਾ ਤੇ ਤੂੰ ਆਪ ਵਰਤਿਆ ਹੈ। ਕਹਿੰਦੇ ਨੇ 14 ਲੋਕ ਪੈਦਾ ਕੀਤੇ, ਹਰੇਕ ਦੇ ਅੰਦਰ ਤੂੰ ਆਪ ਹਰ ਜਗ੍ਹਾ ਤੇ ਵਰਤਦਾ ਆ। ਆਖਰੀ ਦੇ ਵਿੱਚ ਹੁਣ ਮਹਾਰਾਜ ਕੀ ਕਹਿੰਦੇ ਆ? ਹਰ ਤਿਸੇ ਧਿਆਵੋ ਸੰਤ ਜਨੋ ਜੋ ਲੈ ਛਡਾਈ। ਸੰਤਾਂ ਨੂੰ ਕਹਿ ਰਹੇ ਆ ਮਹਾਰਾਜ, ਆਮ ਪਬਲਿਕ ਨੂੰ ਨਹੀਂ ਕਹਿ ਰਹੇ, ਸੰਤਾਂ ਨੂੰ, ਜਿਹੜੇ ਆਪਣੀਆਂ ਇੰਦਰੀਆਂ ਨੂੰ ਵਸ 'ਚ ਕਰਨਾ ਜਾਣਦੇ ਆ, ਜਿਹੜੇ ਇਸ ਰਸਤੇ ਤੇ ਹੈਗੇ। ਹਰ ਤਿਸੇ ਧਿਆਵੋ ਸੰਤ ਜਨੋ, ਜਿਨ੍ਹਾਂ ਦੇ ਅੰਦਰ ਸ਼ਾਂਤੀ ਆਈ ਹੋਈ ਆ, ਜਿਹੜੇ ਸ਼ਾਂਤੀ ਚਾਹੁੰਦੇ ਆ। ਕਹਿੰਦੇ ਭਾਈ ਫਿਰ ਧਿਆਨ ਕਰੋ, ਫਿਰ ਕਾਹਦੇ ਲਈ ਵੇਟ ਕਰ ਰਹੇ ਹੋ? ਇਹ ਸਿਦਕ ਭਰੋਸਾ ਸਾਰਾ ਕੁਝ ਆਉਣਾ ਹੈ, ਧਿਆਨ ਦੇ ਨਾਲ ਆਉਣਾ ਹੈ, ਬੰਦਗੀ ਦੇ ਨਾਲ ਆਉਣਾ ਹੈ। ਹਰ ਤਿਸੇ ਧਿਆਵੋ ਸੰਤ ਜਨੋ ਜੋ ਲੈ ਛਡਾਈ। ਜਿਹਨੇ ਛਡਾਉਣਾ ਹੈ ਮਾਲਕ ਨੇ, ਉਹਨੂੰ ਯਾਦ ਕਰੋ। ਉਹਨੇ ਹੀ ਤਾਂ ਬੰਧਨ ਪਾਏ ਹੋਏ ਆ, ਉਹਨੇ ਤਾਂ ਖੇਡ ਪਾਈ ਹੋਈ ਆ, ਉਹਨੇ ਹੀ ਤਾਂ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ, ਜਿਹੜਾ ਰਾਗ ਦੁਆਸ਼, ਇਹ ਸਾਰੀ ਦੀ ਸਾਰੀ ਜਿਹੜੀ ਆਪੋਜ਼ਿਟ ਟੀਮ ਬਣਾਈ ਹੈ, ਔਰ ਬੈਠਾ ਦੇਖ ਰਿਹਾ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਸਭ ਤੋਂ ਪਹਿਲਾਂ ਦੇਖੋ, ਕਹਿੰਦੇ ਸਭ ਆਪੇ ਤੁਧ ਉਪਾਏ ਕੇ ਆਪ ਕਾਰੇ ਲਾਏ। ਇਹ ਸੰਸਾਰ ਪਹਿਲੀ ਗੱਲ ਤੇ ਤੁਸੀਂ ਆਪ ਪੈਦਾ ਕੀਤਾ, ਫਿਰ ਉਹਨਾਂ ਨੇ ਧੰਦੇ ਤੇ ਵੀ ਲਾਇਆ। ਬਿਲਕੁਲ, ਕੀੜੀ ਵੀ ਲੱਗੀ ਹੋਈ ਆ, ਦੇਖ ਲਓ ਰਾਉਂਡ ਦੀ ਕਲਾਕ। ਹੁਣ ਮੈਂ ਨਾ ਸਵੇਰੇ ਉੱਠਿਆ ਤੇ ਮੈਂ ਹਿਸਾਬ ਤਾਂ ਲਾਉਣਾ, ਕਈ ਵਾਰ ਬੈਠਾ ਉੱਥੇ ਮੈਂ ਕਲੀਨਿਕ ਤੇ ਗਿਆ, ਪਹਿਲਾਂ ਦਵਾਈ ਲਿਆਂਦੀ, ਉਹਨਾਂ ਨੂੰ ਪੈਸੇ ਦਿੱਤੇ, ਉਸ ਤੋਂ ਬਾਅਦ ਉਹ ਸਮਾਨ ਇੱਥੇ ਵੇਚਣਾ, ਫਿਰ ਉਹ ਵੇਚ ਕੇ ਗਾਹਕ ਕੋਲ ਸਮਾਨ ਪੈਸੇ ਲੈਣੇ, ਫਿਰ ਗਾਹਕ ਦੇ ਪੈਸੇ ਕੁਝ ਆਪ ਰੱਖਣੇ, ਕੁਝ ਸਟਾਫ ਨੂੰ ਦੇਣੇ, ਕੋਈ ਬਿਜਲੀ ਦੇ ਬਿੱਲ ਦੇਣੇ, ਕੁਝ ਕੱਪੜੇ, ਕੋਈ ਮੈਡੀਸਨ, ਮਤਲਬ ਪੈਸਾ ਘੁੰਮੀ ਜਾ ਰਿਹਾ। ਉਹ ਪੈਸਾ ਹੀ ਇੱਧਰੋਂ ਉੱਧਰ ਤੇ ਉੱਧਰੋਂ ਇੱਧਰ ਪੈਸਾ ਘੁੰਮੀ ਜਾ ਰਿਹਾ, ਤੇ ਕਾਰੋਬਾਰ ਆਪਣੇ ਆਪ ਹੀ ਆਪਾਂ ਘਰੋਂ ਉੱਠ ਪੈਂਦੇ ਹਾਂ ਸੁੱਖ ਤੇ, ਕਿਉਂਕਿ ਸਾਡੇ ਕੰਮ ਉਹ ਪੈਸੇ ਤੋਂ ਬਿਨਾਂ ਰੁਕ ਜਾਣੇ। ਨਿੱਜਰ ਸਾਹਿਬ, ਬਿਲਕੁਲ
ਬਿਜਲੀ ਦਾ ਬਿੱਲ ਕਿਹਨੇ ਦੇਣਾ? ਸੋ ਇਸ ਲਈ ਪੈਸੇ ਚਾਹੀਦੇ ਨੇ। ਤੇ ਜੋ ਮੇਰੇ ਕੋਲ ਸਕਿੱਲ ਹੈਗਾ ਮੈਂ ਉਹਦੇ ਨਾਲ ਫਿਰ ਕੰਮ ਕਰੂੰਗਾ, ਲੋਕਾਂ ਦੇ ਮਸਲੇ ਹੱਲ ਕਰੂੰਗਾ। ਹੁਣ ਕਿਸੇ ਨੂੰ ਤਰਖਾਣ ਦੀ ਲੋੜ ਹੈ ਤੇ ਮੈਂ ਤਰਖਾਣ ਬਣ ਜਾਊਂਗਾ, ਜੇ ਪਲੰਬਰ ਦੀ ਲੋੜ ਤੇ ਮੈਂ ਪਲੰਬਰ ਦਾ ਕੰਮ ਕਰੂੰਗਾ। ਇਹ ਦੁਨੀਆ ਨੂੰ ਰੱਬ ਨੇ ਧੰਦੇ ਤੇ ਲਾਇਆ ਹੋਆ ਔਰ ਐਸਾ ਸਿਸਟਮ ਫਿੱਟ ਕੀਤਾ। ਮੈਂ ਕਈ ਵਾਰ ਸੋਚਦਾ ਕਿ ਪ੍ਰਮਾਤਮਾ ਨੇ ਥੋੜੀ ਗੜਬੜ ਕੀਤੀ ਆ। ਏਦਾਂ ਦੀ ਰੋਟੀ ਹੋਣੀ ਚਾਹੀਦੀ ਕਿ ਇੱਕ ਖਾਧੀ 2-3 ਸਾਲ ਖਾਣ ਦੀ ਲੋੜ ਹੀ ਨਾ ਪਵੇ। ਫਿਰ ਬੰਦੇ ਨੇ ਕੰਮ ਹੀ ਨਹੀਂ ਕਰਨਾ ਸੀ ਹੋਰ ਕੀ ਸਾਹਿਬ। ਪਰ ਉਹ ਮੈਨੂੰ ਪਤਾ ਨਾ ਕਿ ਉਹ ਜਾਣ ਕੇ ਐਸਾ ਸਿਸਟਮ ਕੀਤਾ ਕਿ 3 ਟਾਈਮ ਰੋਟੀ ਖਾ ਪੁੱਤ ਲਈ ਆ। ਸਵੇਰੇ ਖਾਧੀ, ਮੁੜ ਕੇ ਦੁਪਹਿਰੇ ਖਾਧੀ, ਫਿਰ ਰਾਤੀ। ਫਿਰ ਮੇਰੇ ਵਰਗਾ ਰਾਤ ਨੂੰ ਉੱਠ ਕੇ ਫਿਰ ਗਲਾਸ ਦੁੱਧ ਦਾ ਪੀ ਆਉਂਦਾ। ਮਤਲਬ ਕਹਿਣ ਤੋਂ ਭਾਵ ਕਿ ਦੁਨੀਆ ਨੂੰ ਇਸੇ ਚੱਕਰ ਚ ਪਾਇਆ, ਖਾਈ ਜਾਓ ਤੇ ਸੌਈ ਜਾਓ ਤੇ ਕਮਾਈ ਜਾਓ ਤੇ ਲਿਆਈ ਜਾਓ। ਮਤਲਬ ਇੱਕਦਮ ਪ੍ਰੈਕਟੀਕਲ ਚੀਜ਼ ਕੀਤੀ ਆ ਕਿ ਬੰਦੇ ਨੂੰ ਨਿੱਜਾ ਸਾਹਿਬ ਪੂਰਾ ਕੰਟਰੋਲ ਕੀਤਾ ਹੈ ਕਿ ਬੰਦਾ ਐ ਨਹੀਂ ਬਾਗੀ ਨਹੀਂ ਹੋ ਸਕਦਾ। ਬਿਲਕੁਲ। ਕਿਉਂਕਿ ਤੁਹਾਡੀਆਂ ਜ਼ਰੂਰਤਾਂ ਏਦਾਂ ਦੀਆਂ ਨੇ। ਤੁਹਾਨੂੰ ਕੱਪੜਾ ਚਾਹੀਦਾ, ਤੁਹਾਨੂੰ ਜੁੱਤੀ ਚਾਹੀਦੀ, ਤੁਹਾਨੂੰ ਸਿਰ ਤੇ ਛੱਤ ਚਾਹੀਦੀ ਆ। ਆਪਾਂ ਜਾਨਵਰ ਥੋੜੀ ਜਿਹੜੇ ਜੰਗਲ 'ਚ ਰਹਿ ਜਾਂਗੇ। ਮੁੜ ਕੇ ਸਾਨੂੰ ਪਹਿਲਾਂ ਪੱਖੇ ਨਾਲ ਵੀ ਕੰਮ ਚੱਲਦਾ ਸੀ, ਹੁਣ AC ਆ ਗਏ ਆ। ਹੁਣ AC ਦੇ ਲਈ ਮੰਨ ਲਓ 200 ਰੁਪਏ ਦੀ ਬੱਤੀ ਫੂਕੀ ਜਾਂਦੀ ਹੈ, 200-300 ਰੁਪਏ ਰੋਜ਼ ਦਾ ਖਾ ਲੈਂਦਾ। ਇਹਦੇ ਲਈ 200-300 ਰੁਪਏ ਚਾਹੀਦਾ। ਜੇ ਇਹ AC ਦਾ ਸੁੱਖ ਚਾਹੀਦਾ ਤੇ 200-300 ਰੁਪਏ ਦਾ ਕੰਮ ਵੀ ਮੈਨੂੰ ਕਰਨਾ ਪੈਣਾ ਹੈ ਨਿੱਜਰ ਸਾਹਿਬ। ਬਿਲਕੁਲ। ਜੇ ਮੈਂ ਵਧੀਆ ਬ੍ਰਾਂਡ ਦੇ ਕੱਪੜੇ ਪਾਉਣਾ ਚਾਹੁੰਦਾ, ਮਹਿੰਗੀ ਜੁੱਤੀ ਪਾਉਣੀ ਚਾਹੁੰਦਾ ਤੇ ਉਹਦੀ ਕੀਮਤ ਆ। ਜੇ ਮੈਨੂੰ ਚੱਪਲਾਂ ਨਹੀਂ ਪਸੰਦ, ਸੋ ਕਹਿਣ ਤੋਂ ਭਾਵ ਹੈ ਮੈਂ ਚੰਗੇ ਬੈੱਡ ਤੇ ਸੌਣਾ ਚਾਹੁੰਦਾ ਨੱਜਰ ਸਾਹਿਬ, 40-50 ਹਜ਼ਾਰ ਦਾ ਗੱਦਾ ਹੀ ਆਉਂਦਾ। ਬਿਲਕੁਲ। ਕਹਿਣ ਤੋਂ ਭਾਵ ਹੈ ਕਿ ਜੋ ਜਿੰਨੇ ਤੁਸੀਂ ਸੁੱਖ ਚਾਹੁੰਦੇ ਜੋ ਉਹਦੀ ਕੀਮਤ ਆ। ਤੁਹਾਨੂੰ ਸੁੱਖ ਫ੍ਰੀ ਚ ਨਹੀਂ ਮਿਲੇਗਾ। ਤੇ ਜੇ ਇਹ ਸਭ ਦੁਨੀਆ ਧੰਦੇ ਤੇ ਲਈ ਰੱਬ ਨੇ। ਔਰ ਕਿੱਦਾਂ ਵੇਖੋ ਤੁਹਾਡੇ ਘਰ ਇੱਕ ਇੱਕ ਚੀਜ਼ ਵੇਖੋ, ਤੁਹਾਡੇ ਘਰ ਚ ਦੁਨੀਆ ਭਰ ਦੀ ਮਸ਼ੀਨ ਲੱਗੀ ਹੈ ਔਰ ਕਿੰਨੀ ਟੈਕਨੋਲੋਜੀ, ਕਿੰਨੀਆਂ ਫੈਕਟਰੀਆਂ ਚੋਂ ਚੀਜ਼ ਆਈ ਹੈ ਤੁਹਾਡੇ ਕੋਲ ਪਹੁੰਚਾਉਣ ਦੇ ਲਈ। ਕਿੰਨੇ ਲੋਕ ਕੰਮ ਕਰ ਰਹੇ ਨੇ ਔਰ ਤੁਸੀਂ ਉਸ ਦਾ ਕੀਮਤ ਪੇ ਕੀਤੀ ਤੇ ਆਪਣੇ ਘਰੇ ਲਾ ਲਈ। ਉਹ ਚੀਜ਼ਾਂ ਕਿਤੇ ਐਵੇਂ ਬਣ ਜਾਂਦੀਆਂ। ਇੱਕ ਇੱਕ ਚੀਜ਼ ਨੂੰ ਡਿਸਕਵਰ ਕਰਨ ਦੇ ਲਈ ਕਿੰਨਾ ਕਰੋੜਾਂ ਰੁਪਇਆ ਲੱਗਦਾ, ਫਿਰ ਉਹ ਚੀਜ਼ ਲੱਭੀ ਜਾਂਦੀ ਹੈ ਤੇ ਆਪਾਂ ਜਾ ਕੇ ਬਾਜ਼ਾਰੋਂ ਖਰੀਦਦੇ ਹਾਂ। ਸੋ ਇਹ ਚੀਜ਼ਾਂ ਜਿਹੜੀਆਂ ਰੱਬ ਨੇ ਧੰਦੇ ਲਾਇਆ ਜੀ ਦੁਨੀਆ ਨੂੰ, ਤੇ ਦੁਨੀਆ ਏਦਾਂ ਹੀ ਲੱਗੀ ਰਹਿਣੀ ਹੈ ਜੀ। ਫਿਰ ਕਹਿੰਦੇ ਆ ਤੂੰ ਆਪੇ ਵੇਖ ਵਿਕਸਦਾ ਆਪਣੀ ਵਡਿਆਈ, ਦੇਖ ਕੇ ਖੁਸ਼ ਹੋ ਰਿਹਾ। ਫਿਰ ਖੁਸ਼ ਹੁੰਦਾ ਵਾ ਕਿ ਉਹ ਵੈਸੇ ਤਾਂ ਖੁਸ਼ ਹੀ ਰਹਿੰਦਾ ਉਹ, ਕਿਉਂਕਿ ਆਪ ਤੇ ਸਾਈਡ ਤੇ ਬੈਠਾ, ਸਾਨੂੰ ਜੱਬ ਚ ਪਾਇਆ, ਅਸੀਂ ਭੱਜੇ ਫਿਰਦੇ ਆ। ਤੇ ਉਹ ਖੁਸ਼ ਹੁੰਦਾ ਹੈ ਕਿ ਵੇਖ ਮੈਂ ਮੂਰਖ ਇਨਸਾਨ ਨੂੰ ਬਣਾਇਆ ਹੈ ਔਰ ਕਿੱਦਾਂ ਗਵਾਚਾ ਫਿਰਦਾ, ਭੱਜਾ ਫਿਰਦਾ। ਹਜੇ ਪਹਿਲੀ ਪੰਡ ਖਾਲੀ ਨਹੀਂ, ਦੂਜੀ ਹੋਰ ਤਿਆਰ ਕਰ ਲਈ ਆ। ਕਹਿੰਦੇ ਭੰਡਾ ਭੰਡੋਰੀਆ ਕਿੰਨੇ ਕੁ ਭਾਰ, ਇੱਕ ਮੁੱਖ ਚੁੱਕ ਲੈ ਦੂਜੀ ਤਿਆਰ। ਬਿਲਕੁਲ। ਉਹ ਹੈ ਨੀ, ਪਤਾ ਨੀ ਬੋਲਦੇ ਹੁੰਦੇ ਲੋਕੀ ਬੋਲੀ ਜੀ। ਬੋਲਦੇ। ਹਾਂ, ਤੇ ਇਹ ਜੇ ਇੱਕ ਮੁੱਠ ਆਪਾਂ ਚੁੱਕੀ ਨਹੀਂ ਆ ਤੇ ਦੂਜੀ ਪਹਿਲਾਂ ਹੀ ਤਿਆਰ ਕਰਕੇ ਬੈਠੇ ਆ। ਇਹ ਜਿਹੜਾ ਤੁਸੀਂ ਕਰ ਰਹੇ ਜੋ ਇਹਦਾ ਜੀਵਨ ਹੈ, ਇਹ ਤੁਹਾਡਾ ਪਿਛਲਾ ਤਾਂ ਚੱਲਣ ਦਿਆ, ਤੁਹਾਡਾ ਵੀ ਚੱਲਣ ਦਿਆ, ਇਹ ਵੀ ਬੰਦਾ ਇਕੱਠਾ ਕਰ ਲੈਂਦਾ। ਫਿਰ ਕਹਿੰਦੇ ਆ ਹਰ ਤੁਦੋਂ ਬਾਹਰ ਕਿਛ ਨਹੀਂ, ਤੂੰ ਸੱਚਾ ਸਾਈਂ, ਤੇਰੇ ਤੋਂ ਬਾਹਰ ਕੋਈ ਚੀਜ਼ ਨਹੀਂ ਹੈ, ਤੂੰ ਮਾਲਕ ਹੈ, ਸੱਚਾ ਮਾਲਕ ਹੈ ਬਸ। ਹਾਂ, ਉਹ ਤੋਂ ਬਾਅਦ ਤਾਂ ਕੁਛ ਵੀ ਨਹੀਂ, ਕਿਉਂਕਿ ਉਹਦੇ ਅੰਦਰ ਹੀ ਤਾਂ ਸਭ ਕੁਛ ਹੈ। ਉਹ ਕੋਈ ਬੰਦਾ ਥੋੜੀ ਹੈਗਾ। ਤੂੰ ਆਪੇ ਆਪ ਵਰਤਦਾ ਸਭਨੀ ਹੀ ਥਾਈ, ਔਰ ਹਰ ਜਗ੍ਹਾ ਤੇ ਉਹ ਵਰਤ ਰਿਹਾ ਮਾਲਕ ਪਰਮਾਤਮਾ, ਹਰ ਜਗ੍ਹਾ ਤੇ ਹੈਗਾ ਉਹ। ਹਾਂਜੀ ਗੁਰਕੀ ਸਾਹਿਬ। ਉਸ ਤੋਂ ਬਿਨਾਂ ਨਾ ਤੇ ਤੁਸੀਂ ਬੋਲ ਸਕਦੇ ਜੋ, ਨਾ ਉਸ ਤੋਂ ਬਿਨਾਂ ਤੁਸੀਂ ਸੁਣ ਸਕਦੇ ਜੋ। ਇਹ ਜੋ ਵੀ ਕੁਝ ਹੋ ਰਿਹਾ ਹੈ ਨਾ, ਇਹ ਸਾਰੀ ਸ਼ਕਤੀ ਉਹਦੀ ਆ। ਜਿਹੜਾ ਜੀਵ ਹੁੰਦਾ ਨਾ, ਜੀਵ ਦੇਖੋ, ਜੀਵ ਸਰੀਰ ਦੇ ਵਿੱਚ ਉਹਨਾਂ ਚਿਰ ਤੱਕ ਬੈਠਾ ਰਹਿੰਦਾ ਵਾ ਜਦ ਤੱਕ ਇਹ ਸਾਰੇ ਜਿਹੜੇ ਤੱਤ ਆ ਬਰਾਬਰ ਚੱਲਦੇ ਰਹਿੰਦੇ ਆ। ਜਦੋਂ ਇਹ ਤੱਤਾਂ ਚੋਂ ਇੱਕ ਤੱਤ ਅੱਗੇ ਪਿੱਛੇ ਹੋ ਜਾਂਦਾ ਹੈ ਤੇ ਆਤਮਾ ਵੀ ਨਿਜਰ ਸਭ ਉੱਥੇ ਕੁਛ ਨਹੀਂ ਕਰ ਸਕਦੀ। ਉਹ ਜੀਵ ਨੂੰ ਉਹ ਸਰੀਰ ਦਾ ਤਿਆਗ ਕਰਨਾ ਪਊਗਾ, ਕਿਉਂਕਿ 5 ਤੱਤਾਂ ਚੋਂ ਇੱਕ ਤੱਤ ਨਿਕਲ ਗਿਆ ਵਿੱਚੋਂ। ਦੇਖੋ ਹੁਣ ਤੁਹਾਡੇ ਸਾਈਕਲ ਦੀ ਹਵਾ ਕੱਢਦੀ ਹੈ ਟਾਇਰ ਦੀ, ਤੇ ਸਾਈਕਲ ਉੱਥੇ ਟਾਈਮ ਵੀ ਰੁਕ ਜਾਣਾ ਉਹਨੇ। ਬਿਲਕੁਲ। ਹੁਣ ਮੋਟਰਸਾਈਕਲ ਬਿਲਕੁਲ ਚੰਗਾ ਭਲਾ, ਉਹਦਾ ਤੇਲ ਬੰਦ ਕਰ ਦੋ ਤਾਂ ਵੀ ਮੋਟਰਸਾਈਕਲ ਰੁਕ ਜਾਏਗਾ। ਬਿਲਕੁਲ। ਬਾਕੀ ਭਾਵੇਂ ਜਿੰਨੇ ਮਰਜ਼ੀ ਪੁਰਜੇ ਲੱਗੇ। ਸੋ ਕਹਿਣ ਤੋਂ ਭਾਵ ਹੈ ਕਿ ਉਹ ਪ੍ਰਮਾਤਮਾ ਹੀ ਸਾਰੀਆਂ ਚੀਜ਼ਾਂ 'ਚ ਵਿਚਰ ਕੇ ਔਰ ਸਾਰਿਆਂ ਨੂੰ ਸ਼ਕਤੀ ਦਿੰਦਾ, ਪਰ ਉਹ ਗੁਪਤ ਰੂਪ 'ਚ ਹੈਗਾ, ਪ੍ਰਗਟ ਨਹੀਂ ਹੈਗਾ ਉਹ, ਕਿਉਂਕਿ ਉਹ ਨਾ ਤੇ ਉਹਦਾ ਰੂਪ ਹੈ, ਨਾ ਰੰਗ ਹੈ, ਤੇ ਨਾ ਕੋਈ ਰੇਖ ਹੈ। ਇਹ ਜਦੋਂ ਮਹਾਪਰਲੋ ਆਉਂਦੀ ਹੈ ਨਾ, ਇਹ ਸਾਰੇ ਤੱਤ ਵਾਪਸ ਉਹ 'ਚ ਚੱਲ ਜਾਂਦੇ ਆ, ਪਰਮਾਤਮਾ 'ਚ ਲੀਨ ਹੋ ਜਾਂਦੇ। ਜਦੋਂ ਚੀਜ਼ ਕੋਈ ਬਣਦੀ ਆ, ਦੇਖੋ ਮਿੱਟੀ 'ਚੋਂ ਬਣਦਾ ਨਾ, ਇਹ ਕੀ ਬਣਦਾ, ਬਰਤਨ ਬਣਦੇ ਆ, ਕਈ ਕੁਝ ਬਣਦਾ, ਆਖਰ ਤੇ ਇਹਨਾਂ ਚੀਜ਼ਾਂ ਨੇ ਜਦੋਂ ਨਸ਼ਟ ਹੋ ਜਾਣਾ, ਇਹਨਾਂ ਫਿਰ ਮਿੱਟੀ ਬਣ ਜਾਣਾ ਨਿਜਰ ਸਾਹਿਬ। ਬਿਲਕੁਲ ਸਹੀ ਗੱਲ ਹੈ, ਵਾਪਸ ਮਿੱਟੀ ਬਣ ਜਾਣਾ।
ਹਾਂ, ਰੁੱਖ ਵੇਲੋਂ ਮਿੱਟੀ ਚੁੱਕਦਾ ਹੈ, ਕਿੱਦਾਂ ਉਹਨੂੰ ਪੱਤੇ ਲੱਗਦੇ, ਫਰੂਟ ਲੱਗਦੇ, ਇੱਕ ਸਮਾਂ ਆਊਗਾ ਉਹ ਫਰੂਟ ਫਰਾਟ ਜੋ ਵੀ ਰੁੱਖ ਹੈਗਾ ਸਾਰਾ ਫਿਰ ਮਿੱਟੀ ਚੱਲ ਜਾਏਗਾ। ਜਿੱਥੋਂ ਤੱਤਾਂ ਤੋਂ ਨੇ ਸ਼ਕਤੀ ਲਈ ਉਹਨਾਂ ਤੱਤਾਂ 'ਚ ਵਾਪਸ ਚਲ ਜਾਣਾ। ਹਾਂਜੀ ਨਿੱਜਰ ਸਾਹਿਬ ਅੱਗੇ ਚੱਲੀਏ। ਅੱਗੇ ਆਖਰੀ ਦੱਸ ਰਹੇ ਭਾਈ, ਜੇ ਉਹ ਗੁਪਤ ਮਾਲਕ ਪਰਮਾਤਮਾ ਹੈਗਾ, ਜੇ ਉਹਨੂੰ ਪ੍ਰਗਟ ਕਰਨਾ ਹੈ ਪਿਆਰਿਓ, ਤੇ ਹਰ ਤਿਸੈ ਧਿਆਵੋ ਸੰਤ ਜਨੋ। ਇਹ ਸਾਧਨਾ ਕਰਨ ਵਾਲਿਓ, ਇਹ ਸੰਤੋ, ਤੁਹਾਨੂੰ ਤੁਸੀਂ ਇੱਛਾ ਪ੍ਰਗਟ ਕੀਤੀ ਆ ਮਾਲਕ ਪਰਮਾਤਮਾ ਨੂੰ ਪ੍ਰਗਟ, ਮਾਲਕ ਨੂੰ ਮਿਲਣ ਦੀ, ਤੇ ਉਹਦਾ ਧਿਆਨ ਕਰੋ ਫਿਰ ਜੇ ਚਾਹੁੰਦੇ ਹੋ ਤੇ। ਹਰ ਤਿਸੈ ਧਿਆਵੋ ਸੰਤ ਜਨੋ। ਤੁਸੀਂ ਕਹਿੰਦੇ ਹੋ ਅਸੀਂ ਮਾਇਆ ਦੇ ਵਿੱਚ, ਜਿਹੜਾ ਜੂਨਾਂ ਦੇ ਵਿੱਚ ਨਹੀਂ ਜਾਣਾ, ਤੇ ਫਿਰ ਭਾਈ ਧਿਆਨ ਕਰੋ ਉਹਦਾ। ਜੋ ਲੈ ਛਡਾਈ ਛਡਾ ਲੇਗਾ ਮਾਲਕ ਪਰਮਾਤਮਾ। ਉਹ ਕਹਿੰਦਾ ਮੈਂ ਤਾਂ ਬੈਠਾ ਹੀ ਇਸ ਵਾਸਤੇ ਆ। ਤੂੰ ਹੱਥ ਤਾਂ ਖੜਾ ਕਰਨਾ ਬਈ ਤੂੰ ਇਸ ਜਿਹੜਾ ਸੰਸਾਰ ਦੇ ਵਿੱਚ ਇਸ ਤਰ੍ਹਾਂ ਗਤੀ ਕਰਨਾ ਨਹੀਂ ਚਾਹੁੰਦਾ, ਤੂੰ ਕੋਲੂ ਦਾ ਬੈਲ ਬਣ ਕੇ ਨਹੀਂ ਘੁੰਮਣਾ ਚਾਹੁੰਦਾ, ਤੂੰ ਹੱਥ ਖੜਾ ਕਰ ਲੈ, ਬਸ ਹੱਥ ਖੜਾ ਕਰ ਲੈ ਤੇ ਮੇਰੇ ਵੱਲ ਧਿਆਨ ਕਰ ਲੈ, ਬਸ ਮੈਂ ਉਸੇ ਵੇਲੇ ਆ ਕੇ ਤੈਨੂੰ ਛਡਾ ਲੂੰਗਾ। ਜਿਹੜੀ ਮੇਰੀ ਕੰਡੀਸ਼ਨ ਹੈ, ਰਿਕੁਆਇਰਮੈਂਟ ਹੈਗੀ ਆ, ਤੇ ਉਹ ਪੂਰੀ ਕਰ ਦੇ। ਤੇ 9 ਦਰਵਾਜ਼ਿਆਂ ਦੇ ਉੱਤੇ ਸਾਰੀ ਪ੍ਰਾਣ ਸ਼ਕਤੀ ਨਾ ਲਾ ਜਾਇਆ ਕਰ। ਜੇ ਤੂੰ ਕਹਿੰਦਾ ਮੈਂ ਤੇਰੇ ਕੋਲ ਆਉਣਾ ਚਾਹੁੰਦਾ ਤੇ 9 ਦਰਵਾਜ਼ਿਆਂ ਤੇ ਪੂਰੀ ਪ੍ਰਾਣ ਸ਼ਕਤੀ ਲਾਉਣਾ, ਫਿਰ ਤੂੰ ਖਚਰ ਵਿੱਦਿਆ ਕਰ ਰਿਹਾ। ਇਹ ਗੱਲ ਨਹੀਂ ਬਣਨੀ ਪਿਆਰਿਆ। ਹਾਂਜੀ, ਇਹਦੇ ਤੈਨੂੰ ਜਿਹੜਾ ਹੈਗਾ ਦਸਵੰਧ ਕੱਢ ਦੇ ਘੱਟ ਤੋਂ ਘੱਟ, ਤਾਂ ਵੀ ਮੈਂ ਮੰਨ ਜੂੰਗਾ। ਚੱਲ ਦਸਵੰਧ ਕੱਢ ਦੇ ਬਸ, ਬਾਕੀ ਨਾ ਲਾ ਚੱਲ। ਹਾਂਜੀ ਗੋਰਕੀ ਸਾਹਿਬ। ਹਾਂਜੀ ਦੇਖੋ ਆਖਰੀ ਤੁਕ 'ਚ ਕਹਿ ਰਹੇ ਨੇ ਹਰ ਤਿਸ ਧਿਆਵੇ ਸੰਤ ਜਨੋ ਜੋ ਲਏ ਛੁਡਾਈ। ਹੁਣ ਉਹ ਕਿਹਨੂੰ ਛਡਾਉਣਾ, ਕਿੰਨੇ ਆ? ਉਹਨੇ ਛਡਾਉਣਾ ਕਿੰਨੇ ਆ? ਉੱਪਰ ਵੇਖੋ, ਜਿਹੜਾ ਆਪ ਹੀ ਸਾਰਾ ਕੁਝ ਕਰ ਰਿਹਾ ਹੈ। ਕਿਸੇ ਬੰਦੇ ਦਾ, ਕਿਸੇ ਦੇਵੀ ਦੇਵਤੇ ਦੀ, ਕਿਸੇ ਬਾਬੇ ਬੂਬੇ ਦੀ ਗੱਲ ਨਹੀਂ ਜੋ ਕੀਤੀ ਉਹਨਾਂ ਨੇ। ਹਾਂ, ਉਸੇ ਨੇ ਤਾਂ ਗੱਲ ਕੀਤੀ ਉਹਨਾਂ ਤੇ। ਹਾਂ, ਉਸੇ ਨੇ ਬੰਨਿਆ, ਛਡਾਉਣਾ ਵੀ ਉਸੇ ਨੇ ਆ। ਹਾਂ, ਉਹਨਾਂ ਤੇ ਨਹੀਂ ਕਿਹਾ ਕਿ ਮੂਰਤੀ ਦੇ ਕੋਲ ਚੱਲ ਜਾਓ, ਕਿਸੇ ਬਾਬੇ ਕੋਲ ਚੱਲ ਜਾਓ, ਕਿਸੇ ਸਤਿਗੁਰੂ ਕੋਲ ਚੱਲ ਜਾਓ। ਲਿਖਿਆ ਉਹਨਾਂ ਨੇ ਏਦਾਂ ਦਾ ਕੁਛ? ਨਹੀਂ, ਲਿਖ ਹੀ ਨਹੀਂ ਸਕਦੇ। ਇਟ ਇਜ਼ ਨਾਟ ਪੋਸੀਬਲ। ਕਿਸੇ ਬੰਦੇ 'ਚ ਇੰਨੀ ਹਿੰਮਤ ਨਹੀਂ ਹੈਗੀ। ਚਾਹੇ ਬ੍ਰਹਮ ਗਿਆਨੀ ਬਣ ਗਿਆ, ਉਹ ਵੀ ਤੁਹਾਨੂੰ ਮੁਕਤ ਨਹੀਂ ਜੋ ਕਰ ਸਕਦਾ। ਬਿਲਕੁਲ ਸਹੀ ਗੱਲ ਆ, ਬਿਲਕੁਲ ਸਹੀ ਗੱਲ ਆ ਗੋਰਕੀ ਸਾਹਿਬ। ਹਾਂ, ਇਹ ਵੱਖਰੀ ਗੱਲ ਉਦਾਂ ਕਹਿ ਦਈਦਾ ਕਿ ਚਲੋ ਬ੍ਰਹਮ ਗਿਆਨੀ ਤੇ ਪਰਮਾਤਮਾ ਇੱਕੋ ਹੀ ਆ, ਪਰ ਨਹੀਂ, ਪਰਮਾਤਮਾ ਬਹੁਤ ਪਾਵਰਫੁਲ ਆ। ਉਹ ਤੇ ਇੱਕ ਛੋਟੀ ਜਿਹੀ ਬੂੰਦ ਆ, ਸ਼ੁੱਧ ਹੋ ਗਈ ਹੈ ਬਸ। ਹੀਰੇ ਨੂੰ ਜਨਮ ਨਹੀਂ ਦੇ ਸਕਦਾ। ਇਹ ਪਲੀਜ਼ ਆਪਾਂ ਅੰਡਰਸਟੈਂਡ ਕਰੀਏ। ਇਹੋ ਹੀ ਪੰਗਾ ਪੈ ਜਾਂਦਾ। ਹੀਰਾ, ਹਾਂ ਉਹ ਹੀਰਾ ਹੈਗਾ, ਪਰ ਹੋਰ ਹੀਰੇ ਨਹੀਂ ਉਹ ਬਣਾ ਸਕਦਾ। ਵਾਹ ਜੀ ਵਾਹ, ਕਮਾਲ ਆ। ਬਸ ਇਹ ਪਾਵਰ ਨਹੀਂ ਹੈ। ਕੋਚਿੰਗ ਦੇ ਸਕਦਾ, ਹੀਰੇ ਆਪਣੇ ਆਪ ਹੀ ਬਣਨੇ ਆ। ਪਰ ਨਹੀਂ ਸਾਹਿਬ, ਇਹੋ ਤਾਂ ਪੰਗਾ ਨਾ, ਲੋਕੀ ਸੋਚਦੇ ਕਿ ਹੀਰਾ ਕਿੱਥੋਂ ਪੈਦਾ ਕਰ ਦੂ। ਭਾਵੇਂ ਹੀਰਾ ਹੈਗਾ, ਭਾਵੇਂ ਕੋਈ ਨੂਰ, ਉਹਨੂੰ 3-4 ਕੋਈ ਨੂਰ ਹੋਰ ਪੈਦਾ ਕਰ ਦੇਗਾ। ਨਹੀਂ, ਇਟ ਇਜ਼ ਨਾਟ ਪੋਸੀਬਲ। ਹੀਰਾ ਤੁਹਾਨੂੰ ਖੁਦ ਹੀ ਬਣਨਾ ਪੈਣਾ। ਠੀਕ ਹੈ ਜੀ, ਬਹੁਤ ਵਧੀਆ ਜੀ। ਅੱਜ ਤਾਂ ਵਿਚਾਰ ਬਹੁਤ ਵਧੀਆ, ਮਾਲਕ ਨੇ ਬਹੁਤ ਗਿਆਨ ਦਿੱਤਾ ਹੈ। ਬਹੁਤ ਸ਼ੁਕਰੀਆ ਜੀ। ਮੈਂ ਤਾਂ ਕਹਿੰਦਾ ਮਾਲਕ ਦਾ, ਸੱਚੇ ਪਾਤਸ਼ਾਹ ਦਾ, ਜਿਹੜਾ ਹੈਗਾ ਪੌੜੀ ਆਪਾਂ ਦੂਸਰੀ ਪੌੜੀ ਲਈ ਹੈ। ਹਾਂਜੀ ਗੁਰਕੀ ਸਾਹਿਬ। ਹਾਂਜੀ, ਅੱਜ ਦੀ ਵਿਚਾਰ ਨਿੱਜਰ ਸਾਹਿਬ ਇੱਥੇ ਸਮਾਪਤ ਕਰ ਦਈਏ। ਬਿਲਕੁਲ। ਹਾਂਜੀ ਠੀਕ ਹੈ ਜੀ। ਬਾਕੀ ਸਾਧ ਸੰਗਤ ਜੀ ਦੇਖੋ, ਵਿਚਾਰ ਜਿਹੜੇ ਹੁੰਦੇ ਨਾ, ਇੱਥੇ ਕੁਝ ਅਸੀਂ ਸੋਚ ਕੇ ਤੇ ਆਏ ਨਹੀਂ ਹੁੰਦੇ ਕੀ ਬੋਲਣਾ ਜਾਂ ਕੀ ਨਹੀਂ ਬੋਲਣਾ। ਇਹ ਤੇ ਹੁਣ ਵਰਤਮਾਨ ਕਾਲ ਦੇ ਵਿੱਚ ਜੋ ਅਸੀਂ ਕਰਦੇ ਪਏ ਹਾਂ, ਜੋ ਅਸੀਂ ਬੋਲਦੇ ਪਏ ਹਾਂ, ਉਹ ਸਾਡੀ ਬੁੱਧੀ ਦਾ ਇੱਕ ਲਿਮਿਟ ਆ। ਅਸੀਂ ਉਹ ਚ ਥੋੜਾ ਬਹੁਤਾ ਇੱਧਰ ਉੱਧਰ ਕਰਕੇ ਚਲਾ ਰਹੇ ਹਾਂ। ਅਸਲ ਦੇ ਵਿੱਚ ਸੱਚ ਕੀ ਹੈ ਇਹ ਤੁਹਾਨੂੰ ਖੁਦ ਪਤਾ ਹੈ, ਔਰ ਇਹ ਤੁਹਾਨੂੰ ਚੰਗੀ ਤਰ੍ਹਾਂ ਪਤਾ। ਕੋਈ ਚੀਜ਼ ਗਲਤ ਆ, ਬੇਸ਼ੱਕ ਤੁਸੀਂ ਆਰਕੀਟੈਕਟ ਦੇ ਬਾਰੇ ਨਹੀਂ ਚੀਜ਼ ਜਾਣਦੇ, ਪਰ ਤੁਹਾਡੇ ਅੰਦਰ ਇੱਕ ਸੈਂਸ ਹੈਗੀ ਆ, ਉਹ ਤੁਹਾਨੂੰ ਦੱਸਦੀ ਹੈ ਕਿ ਚੀਜ਼ ਸਹੀ ਨਹੀਂ ਹੈ। ਬੇਸ਼ੱਕ ਮੈਂ ਇੰਜੀਨੀਅਰ ਨਹੀਂ ਹਾਂ, ਪਰ ਤੁਹਾਡੇ ਅੰਦਰ ਇੱਕ ਜੱਜਮੈਂਟ ਹੈਗੀ ਹੈ। ਤੁਸੀਂ ਇੱਕ ਸਹੀ ਤੇ ਗਲਤ ਨੂੰ ਦੇਖ ਸਕਦੇ ਜੋ। ਉਹ ਸਾਡੀ ਆਤਮਾ ਵਾ। ਹਾਂ, ਉਹਨੂੰ ਪ੍ਰੋਫੈਸ਼ਨਲ ਚ ਲੈ ਕੇ ਆਈਏ ਤਾਂ ਇੱਕ ਅਲੱਗ ਚੀਜ਼ ਹੈ। ਇਸੇ ਹੀ ਤਰ੍ਹਾਂ ਬਾਣੀ ਦੇ ਵਿੱਚ ਜਦੋਂ ਆਪਾਂ ਕਥਾ ਕਰਦੇ ਹਾਂ, ਇਹ ਚ ਕੋਈ ਚੰਗੀਆਂ ਗੱਲਾਂ ਹੈਗੀਆਂ ਤਾਂ ਤੁਸੀਂ ਉਹਨਾਂ ਨੂੰ ਗ੍ਰਹਿਣ ਕਰ ਸਕਦੇ ਹੋ। ਆਪਣੀ ਬੁੱਧੀ ਦੇ ਆਧਾਰ ਤੇ ਉਹਨਾਂ ਨੂੰ ਰਗੜੋ, ਉਹਨਾਂ ਨੂੰ ਚੈੱਕ ਕਰੋ। ਜਦੋਂ ਤੁਹਾਡਾ ਫੈਸਲਾ ਹੋ ਗਿਆ ਇਹ ਚੀਜ਼ ਸਹੀ ਹੈ, ਫਿਰ ਆਪਣੇ ਜੀਵਨ ਚ ਉਹਨੂੰ ਇੰਪਲੀਮੈਂਟ ਕਰ ਦਿਓ। ਇਹੋ ਹੀ ਕੰਮ ਹੈ, ਇੰਨਾ ਹੀ ਕੰਮ। ਬਹੁਤ ਵਧੀਆ। ਅੱਜ ਦੇ ਵਿਚਾਰ ਇੱਥੇ ਸਮਾਪਤ। ਸਰ ਕਹਿੰਦੇ ਨੇ ਵੀ ਜਿਹੜੇ ਕੁਝ ਬ੍ਰਹਮ ਗਿਆਨੀ ਹੋਵੇ ਉਹਦੀਆਂ 21 ਕੁਲਾਂ ਤਰ ਜਾਂਦੀਆਂ ਨੇ। ਉਹ ਜੀ ਇਸ ਤਰ੍ਹਾਂ ਹੈਗਾ ਕਿ ਬ੍ਰਹਮ ਗਿਆਨੀ ਜੋ ਕਹਿ ਰਹੇ ਹੈਗੇ, ਉਹਨਾਂ ਦੀ ਗੱਲ ਮੰਨ ਕੇ ਜਿਹੜਾ ਹੈਗਾ ਭਗਤੀ ਕਰਕੇ ਤਰਦੀਆਂ ਆ। ਉਹ ਕੋਈ ਵੀ 21, ਮੈਂ ਤਾਂ ਕਹਿੰਦਾ 2100 ਕੁਲਾਂ ਵੀ ਤਰ ਜਾਣਗੀਆਂ, ਪਰ ਜਿਹੜਾ ਉਹਨਾਂ ਦੀ ਗੱਲ ਮੰਨ ਕੇ ਹੀ ਤਰਨਗੀਆਂ। ਆਹ ਸਾਰਾ ਗਿਆਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ 36 ਬ੍ਰਹਮ ਗਿਆਨੀ ਹੈਗੇ
ਜੇ ਆਪਾਂ ਮੰਨ ਲਾਂਗੇ ਤੇ ਆਪਾਂ ਵੀ ਤਰ ਜਾਵਾਂਗੇ ਭਾਈ। ਹਾਂਜੀ ਹੁਣ ਤੁਸੀਂ ਦੇਖੋ ਭੈਣ ਜੀ, ਇੱਕ ਬੰਦਾ ਮੈਡੀਕਲ ਸਟੋਰ 'ਚ ਰਹਿੰਦਾ, ਇੱਕ ਡਾਕਟਰ ਹਸਪੀਟਲ 'ਚ ਰਹਿੰਦਾ ਹੈ। ਜਦੋਂ ਉਹ ਬਿਮਾਰ ਹੋ ਜਾਂਦਾ ਹੈ, ਉਹਨੂੰ ਠੀਕ ਉਹਨੇ ਤਾਂ ਹੀ ਹੋਣਾ ਹੈ ਜਦੋਂ ਉਹ ਦਵਾਈ ਖਾਂਦਾ ਹੈ। ਬਿਲਕੁਲ। ਦਵਾਈ ਹੋਣ ਦੇ ਨਾਲ ਕੋਈ ਬੰਦਾ ਤੰਦਰੁਸਤ ਨਹੀਂ ਹੁੰਦਾ, ਤੇ ਨਾ ਹੀ ਦਵਾਈ ਸੁੰਘਣ ਦੇ ਨਾਲ, ਨਾ ਹੀ ਦਵਾਈ ਦਾ ਪਤਾ ਹੋਵੇ। ਬ੍ਰਹਮ ਗਿਆਨੀ ਵੀ ਜਿਹੜਾ ਹੈਗਾ ਉਹ ਚਲੋ ਗੱਲਾਂ ਸਮਝਾਈਆਂ ਨੇ ਕਥਾ ਦੇ ਵਿੱਚ, ਉਹ ਤੇ ਭਾਵੇਂ 21 ਭਾਵੇਂ 100 ਕੋਲ ਤਰ ਜੇ, ਪਰ ਤਰੂਗਾ ਉਹੀ ਜਿਹੜਾ ਭਗਤੀ ਕਰੂਗਾ। ਬਿਲਕੁਲ ਬਿਲਕੁਲ ਸਹੀ ਗੱਲ ਹੈ। ਆਪ ਜਸਟ ਦੇਖੋ, ਤੁਹਾਡੀ ਖਾਧੀ ਹੋਈ ਰੋਟੀ ਕੀ ਮੇਰੇ ਕੋਲ ਪਹੁੰਚੂਗੀ, ਜਾਂ ਮੇਰੀ ਖਾਧੀ ਹੋਈ ਤੁਹਾਡੇ ਕੋਲ ਪਹੁੰਚੂਗੀ? ਹੁਣ ਮੈਂ ਅੱਜ ਰੋਟੀ ਖਾ ਲੈਣਾ, ਮੈਂ ਸਾਰੇ ਟੱਬਰ ਨੂੰ ਕਹਿੰਦਾ ਤੁਸੀਂ ਨਹੀਂ ਖਾਣੀ, ਮੈਂ ਖਾ ਲਈ ਆ, ਗੱਲ ਖਤਮ। ਮੰਨਣਗੇ? ਫਿਰ ਭਗਤੀ ਆਪਾਂ ਕਿੱਦਾਂ ਮੰਨ ਲਾਂਗੇ? ਬਿਲਕੁਲ। ਬਹੁਤ ਵਧੀਆ ਭੈਣ ਜੀ, ਤੁਸੀਂ ਆਹ ਸਵਾਲ ਕੀਤਾ, ਮੈਂ ਤਾਂ ਖੁਸ਼ ਹੋ ਗਿਆ ਬਈ ਆਹ ਘੱਟ ਤੋਂ ਘੱਟ ਸੰਗਤ ਨੂੰ ਪਤਾ ਲੱਗੇ ਆ ਚੀਜ਼ਾਂ ਦਾ। ਠੀਕ ਹੈ। ਬਾਕੀ ਵਹਿਮਾਂ ਪਰ ਮਜਣਾ ਪਿਆ ਕਰੋ ਤੁਸੀਂ ਨਾ। ਪ੍ਰੈਕਟੀਕਲ ਵੇਖੋ, ਬਾਣੀ 'ਚ ਏਦਾਂ ਕਿਤੇ ਨਹੀਂ ਲਿਖਿਆ ਕਿ ਤੁਹਾਡੀਆਂ ਕੁਲਾਂ ਤਰ ਜਾਣਗੀਆਂ, ਕਿ ਤੁਸੀਂ ਇੱਕ ਬੰਦੇ ਨੇ ਪਾਠ ਕੀਤਾ ਬਾਕੀ ਸਾਰੇ ਤੇ ਠੱਗੀਆਂ ਮਾਰੋ। ਉਹ ਨਹੀਂ ਏਦਾਂ, ਇਟ ਇਜ਼ ਨਾਟ ਪੋਸੀਬਲ। ਬਿਲਕੁਲ ਬਿਲਕੁਲ ਸਹੀ ਗੱਲ ਹੈ। ਹਾਂ ਠੀਕ ਹੈ ਜੀ, ਧੰਨਵਾਦ ਜੀ। ਹਾਂਜੀ। ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਹ ਮੇਰੇ ਪਿਤਾ ਗਰੀਬ ਨਵਾਜ ਬਾਣੀ ਪੜ੍ਹਦਿਆਂ, ਵਿਚਾਰ ਕਰਦਿਆਂ, ਬਾਣੀ ਸਰਵਣ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ। ਨਿਦਾਨ ਬੱਚੇ ਸਮਝ ਕੇ ਮਾਫ ਕਰੋਗੇ। ਤੁਛੋਦ ਤੇ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ਣੀ। ਆਈਆਂ ਸੰਗਤਾਂ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨੀ। ਦੇ ਨਿਰੁਕਤਾ ਬਖਸ਼ਣੀ। ਮੇਰੇ ਪਿਤਾ ਇੱਕ ਅਰਦਾਸ ਆਈ ਹੈ। ਇੱਕ ਬੱਚੀ ਹੈ ਮੇਰੇ ਪਿਤਾ, ਉਹਨਾਂ ਨੂੰ ਸਰੀਰਕ ਤੌਰ ਤੇ ਕਸ਼ਟ ਹੈ। ਘਰ ਦੇ ਵਿੱਚ ਵੀ ਮੇਰੇ ਪਿਤਾ ਬਹੁਤ ਕਲੇ। ਮੇਰੇ ਕੋਲ ਆਪ ਜਾਨੀ ਜਾਣ ਜੋ, ਉਹਨਾਂ ਨੂੰ ਸਮੱਤ ਬਖਸ਼ੋ, ਉਹਨਾਂ ਨੂੰ ਆਪਣੇ ਚਰਨਾਂ 'ਚ ਲਾਓ, ਉਹਨਾਂ ਦੀ ਭਗਤੀ ਸ਼ੁਰੂ ਕਰਾਓ। ਮੇਰੇ ਮਾਲਿਕ, ਜੋ ਵੀ ਗੜਬੜ ਹੋਈ ਇਹਨਾਂ ਨੂੰ ਮਾਫ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਤਾਂ ਸੰਗਤ ਜੀ ਤੁਸੀਂ ਚੁੱਪ ਹੋ ਜਾਓ। ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।